ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਪੰਜਵਾ। ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਈ ਬਾਪੂਤ। ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਈ ਬਾਪੂਤ। ਬੜੀ ਚੱਲ। ਕਾਹੂ ਬਿਹਾਵੈ ਰਾਜ ਰਖਵਾਲਾ, ਸੰਤ ਬਿਹਾਵੈ ਹਰਿ ਨਾਮ ਆਧਾਰਾ। ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਪਾਵਨੇ ਅਸਥਾਨ ਤੇ ਧੁਰ ਕੀ ਬਾਣੀ ਦੀ ਕਥਾ ਜੋ ਰਾਮਕਲੀ ਰਾਗ ਦੇ ਵਿੱਚ ਚੱਲ ਰਹੀ ਹੈ। ਅੱਜ ਦਾ ਪਾਵਨ ਪਵਿੱਤਰ ਸ਼ਬਦ ਜੋ ਪਾਵਨ ਅੰਗ 913 ਅੰਗ ਤੋਂ ਹੇਠਲੇ ਪਾਸਿਓਂ ਆਰੰਭ ਹੁੰਦਾ ਹੈ ਅਤੇ 14 ਅੰਗ ਤੇ 914 ਤੇ ਸੰਪੂਰਨ ਹੁੰਦਾ ਹੈ। ਇਸ ਪਾਵਨ ਅਸ਼ਟਪਦੀ ਦੇ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸੰਸਾਰ ਦੇ ਜੀਵਾਂ ਦੀ ਉਮਰ ਕਿਵੇਂ ਬੀਤਦੀ ਹੈ ਉਹ ਗਰੀਬ ਨਵਾਜ ਸਾਹਿਬ ਜੀ ਨੇ ਦੱਸਿਆ ਹੈ। ਕਿਸੇ ਦੀ ਕਿਸੇ ਤਰ੍ਹਾਂ, ਕਿਸੇ ਦੀ ਕਿਸੇ ਤਰ੍ਹਾਂ, ਕਿਸੇ ਦੀ ਕਿਸੇ ਤਰੀਕੇ ਨਾਲ, ਪਰ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਨ ਹਨ ਉਹਨਾਂ ਦੀ ਸਰੀਰ ਕਾਰਬਲਾ ਪ੍ਰਭੂ ਦਾ ਜਸ ਕਰਦਿਆਂ, ਕੀਰਤਨ ਕਰਦਿਆਂ, ਸਿਮਰਨ ਕਰਦਿਆਂ, ਭਗਤੀ ਕਰਦਿਆਂ ਗੁਜ਼ਰਦੀ ਹੈ। ਐਸੇ ਪ੍ਰਕਰਨ ਦੁਆਰਾ ਸਤਿਗੁਰੂ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹਲਾ ਪੰਜਵਾ। ਰਾਮਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਆਪਣੀ ਪਾਵਨ ਪਵਿੱਤਰ ਰਸਨਾ ਤੋਂ ਫਰਮਾਉਂਦੇ ਹਨ। ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਤੋਂ ਭਾਵ ਹੈ ਕਿਸੇ ਦੀ ਬਿਹਾਵੈ ਉਮਰ ਬੀਤਦੀ ਹੈ ਸੰਸਾਰ ਦੇ ਰੰਗ ਤਮਾਸ਼ਿਆਂ ਨੂੰ ਵੇਖਦਿਆਂ, ਔਰ ਸੰਸਾਰ ਦੇ ਰਸਾਂ ਦੇ ਵਿੱਚ ਤੇ ਰੂਪ ਦੇ ਵਿੱਚ ਖਚਤ ਹੋਇਆ। ਇਹ ਜੋ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਹੈ, ਕਿਸੇ ਦੀ ਆਰਬਲਾ ਇਹਨਾਂ ਰੰਗਾਂ ਦੇ ਵਿੱਚ ਹੀ ਖਚਤ ਹੋ ਕਰਕੇ ਬੀਤ ਜਾਂਦੀ ਹੈ। ਸੰਸਾਰ ਦੇ ਰੰਗਾਂ ਦੇ ਵਿੱਚ, ਤਮਾਸ਼ਿਆਂ ਦੇ ਵਿੱਚ ਤੇ ਸੰਸਾਰ ਦੇ ਰਸਾਂ ਦੇ ਵਿੱਚ ਤੇ ਰੂਪ ਦੇ ਵਿੱਚ ਖਚਤ ਹੋਇਆ ਹੀ, ਜਾਂ ਇਸੇ ਤਰ੍ਹਾਂ ਆਪਣੇ ਰੂਪ ਨੂੰ ਸਵਾਰਦਿਆਂ ਸਵਾਰਦਿਆਂ ਹੀ ਕਿਸੇ ਦੀ ਬੀਤ ਜਾਂਦੀ ਹੈ। ਆਪਣੇ ਰੂਪ ਨੂੰ ਸਵਾਰਨ ਵਿੱਚ ਹੀ ਲੱਗਾ ਰਹਿੰਦਾ ਹੈ। ਭਾਵੇਂ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਉਪਦੇਸ਼, ਗੁਰੂ ਕੀ ਸਿੱਖਿਆ, ਗੁਰੂ ਕਾ ਹੁਕਮ ਤਿਆਗਣਾ ਹੀ ਪੈ ਜਾਵੇ, ਉਹਨੂੰ ਤਿਆਗ ਕੇ ਵੀ ਜੀਵ ਜਿਹੜਾ ਹੈ ਆਪਣੇ ਰੂਪ ਨੂੰ ਸਵਾਰਨ ਵਿੱਚ ਲੱਗਾ ਰਹਿੰਦਾ ਹੈ। ਪਰ ਜੀਵ ਦਾ ਹੈ ਤਾਂ ਭੁਲੇਖਾ ਹੀ ਵੀ ਜਿਹੜਾ ਰੰਗ ਰੂਪ ਪਰਮੇਸ਼ਰ ਨੇ ਦਿੱਤਾ ਹੈ, ਜੋ ਇਸ ਤਰ੍ਹਾਂ ਪਰਮੇਸ਼ਰ ਨੇ ਸਾਜਿਆ ਹੈ, ਸਵਾਰਿਆ ਹੈ, ਸ਼ਿੰਗਾਰਿਆ ਹੈ, ਉਹਦੇ ਤੋਂ ਵੱਧ ਕੇ ਕਿਵੇਂ ਸ਼ਿੰਗਾਰ ਲਵੇਗਾ। ਪਰ ਇੱਕ ਭੁਲੇਖਾ ਪੈ ਗਿਆ ਸੰਸਾਰ ਦੇ ਜੀਵਾਂ ਨੂੰ। ਉਹ ਭੁਲੇਖੇ ਦੇ ਵਿੱਚੋਂ ਹੀ ਇੰਨੀਆਂ ਨਾਈਆਂ ਦੀਆਂ ਦੁਕਾਨਾਂ ਨਿਕਲੀਆਂ, ਇੰਨੇ ਬਿਊਟੀ ਪਾਰਲਰ ਨਿਕਲੇ। ਕੋਈ ਸ਼ਹਿਰ ਨਹੀਂ ਬਚਿਆ ਹੋਣਾ ਜਿਹਦੇ ਵਿੱਚ ਨਾਈਆਂ ਦੀਆਂ ਦੁਕਾਨਾਂ ਨਹੀਂ ਹੈਗੀਆਂ ਤੇ ਬਿਊਟੀ ਪਾਰਲਰ ਦੇ ਉਹ ਸੈਂਟਰ ਜੇ ਨਹੀਂ ਖੁੱਲੇ। ਜਿਨ੍ਹਾਂ ਥਾਵਾਂ ਦੇ ਉੱਤੇ ਕੀ ਆ, ਕਹਿੰਦੇ ਵੀ ਇੱਥੇ ਚਿਹਰਾ ਬਣਾਇਆ ਜਾਂਦਾ ਹੈ, ਮੂੰਹ ਸਵਾਰਿਆ ਜਾਂਦਾ ਹੈ। ਤੇ ਮੂੰਹ ਨੂੰ ਸਵਾਰਨਾ ਉਹ ਕੀ ਕਹਿੰਦੇ ਆ, ਕੇਸਾਂ ਨੂੰ ਕੱਟਣਾ, ਭਰਵੱਟਿਆਂ ਨੂੰ ਮੁੰਨਣਾ, ਮੂੰਹ ਦੇ ਉੱਤੇ ਕੇਸਾਂ ਨੂੰ ਘਸਾ ਦੇਣਾ, ਰਗੜ ਦੇਣਾ। ਪਰ ਗੁਰਮਤਿ ਦੇ ਵਿੱਚ ਆਗਿਆ ਹੈ, ਗੁਰੂ ਕਾ ਸਿੱਖ ਮਾਈ ਭਾਈ, ਉਹ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਨਾ ਕੇਸਾਂ ਨੂੰ ਮਨਾਵੇ, ਨਾ ਰਗੜਾਵੇ, ਨਾ ਘਸਾਵੇ, ਨਾ ਰੰਗਾਵੇ। ਕਿਸੇ ਤਰੀਕੇ ਦੇ ਨਾਲ ਵੀ ਕੇਸਾਂ ਦੀ ਬੇਅਦਬੀ ਨਾ ਕੀਤੀ ਜਾਵੇ। ਇਹ ਗੁਰੂ ਕੀ ਆਗਿਆ ਹੈ, ਗੁਰੂ ਕੀ ਮੱਤ ਹੈ। ਪਰ ਕਈ ਚਲਾਕੀ ਵਰਤਦੇ ਆ। ਉਹ ਕਹਿੰਦੇ ਵੀ ਆਪਾਂ ਦੋਵੇਂ ਪਾਸੇ ਪੂਰੇ ਉਤਰ ਆਈਏ, ਇੱਧਰ ਵੀ ਤੇ ਉੱਧਰ ਵੀ। ਵੀ ਆਪਾਂ ਕੇਸਾਂ ਨੂੰ ਕੈਂਚੀ ਨਾਲ ਨਹੀਂ ਕਟਾਉਂਦੇ, ਆਪਾਂ ਦਵਾਈਆਂ ਲਾ ਕੇ ਲਾ ਦਿੰਨੇ ਆ। ਕਈ ਦਵਾਈਆਂ ਲਾ ਲੈਂਦੇ ਇਹੋ ਜਿਹੀਆਂ, ਪਰ ਉਹ ਵੀ ਬੇਅਦਬੀ ਹੈ। ਤੇ ਕਈ ਅੱਜ ਕੱਲ੍ਹ ਰਿਵਾਜ ਚੱਲਿਆ, ਲੋਕ ਉਹ ਛੱਲੇ ਜੇ ਪਵਾ ਲੈਂਦੇ ਹਨ, ਛੱਲੇ ਜੇ ਪਵਾਈ ਜਾਂਦੇ। ਉਹ ਵੀ ਮਸ਼ੀਨ ਦੇ ਨਾਲ ਗਰਮ ਆਵਾਜ਼ੀ ਮਾਰ ਕੇ। ਤੇ ਕਈ ਅੰਮ੍ਰਿਤਧਾਰੀ ਸਿੰਘ ਵੀ ਉਹ ਦਾੜੇ ਦੇ ਛੱਲੇ ਜੇ ਪਵਾ ਲੈਂਦੇ ਹਨ। ਕਹਿੰਦੇ ਵੀ ਉਸ ਤਰ੍ਹਾਂ ਖਿਲਰਦਾ ਹੈ ਤੇ ਚਲ ਇਕੱਠਾ ਜਿਹਾ ਕਰ ਲਈਏ। ਪਰ ਉਹਦੇ ਨਾਲ ਵੀ ਉਹ ਜਦੋਂ ਉਹ ਇਕੱਠੇ ਕੀਤੇ ਜਾਂਦੇ ਆ, ਮਸ਼ੀਨ ਜੀ ਤੱਤੀ ਆਵਾਜ਼ੀ ਮਾਰਦੀ ਆ ਤੇ ਕੇਸਾਂ ਦੀ ਬੇਅਦਬੀ ਤਾਂ ਹੁੰਦੀ ਹੈ। ਕੇਸਾਂ ਨੂੰ ਇਕੱਠੇ ਕਰਨਾ, ਫਿਰ ਉਹ ਜਦੋਂ ਉਹਨਾਂ ਨੂੰ ਵਾਹਿਆ ਜਾਂਦਾ ਹੈ ਉਹ ਫਿਰ ਟੁੱਟਦੇ ਆ। ਬੇਅਦਬੀ ਤਾਂ ਉਸ ਤਰ੍ਹਾਂ ਵੀ ਹੁੰਦੀ। ਪਰ ਗੁਰੂ ਸਾਹਿਬ ਜੀ ਦਾ ਹੁਕਮ ਹੈ, ਗੁਰੂ ਕਾ ਸਿੱਖ ਮਾਈ ਭਾਈ ਦੋ ਸਮੇਂ ਕੇਸਾਂ ਦੇ ਵਿੱਚ ਕੰਘਾ ਕਰੇ, ਦਸਤਾਰ ਚੁਣ ਕੇ ਬੰਨੇ, ਦਾਤਣ ਨਿੱਤ ਕਰੇ। ਕਲਗੀਧਰ ਪਾਤਸ਼ਾਹੀ ਦਾ ਹੁਕਮ ਹੈ, ਕੰਘਾ ਦੋਨੋਂ ਵਕਤ ਕਰੇ, ਪਾਗ ਚੁਨੇ ਕਰ ਬੰਧ ਆਈ, ਦਾਤਣ ਨੀਤ ਕਰੇ, ਨਾ ਦੁੱਖ ਪਾਵਹਿ ਲਾਲ ਜੀ। ਜਿਹੜਾ ਇਹ ਗੁਰੂ ਕੀ ਦਸੀ ਰਹਿਣੀ ਵਿੱਚ ਰਵੇਗਾ, ਫਿਰ ਮਹਾਰਾਜ ਕਹਿੰਦੇ ਉਹ ਦੁੱਖ ਨਹੀਂ ਪਾਵੇਗਾ। ਪਰ ਇਹ ਬੰਦਾ ਚਲਾਕੀਆਂ ਕਰਦਾ, ਗੁਰੂ ਨਾਲ ਵੀ ਚਲਾਕੀਆਂ ਕਰਦਾ ਹੈ। ਵੀ ਜੇ ਮਹਾਰਾਜ ਨੇ ਕੈਂਚੀ ਦੇ ਨਾਲ ਕਟਾਉਣ ਵੱਲੋਂ ਆਖਿਆ ਵੀ ਨਹੀਂ ਕਟਾਉਣੇ, ਚੱਲ ਆਪਾਂ ਇੰਜ ਕਰ ਲਈਏ, ਕਿਸੇ ਤਰੀਕੇ ਨਾਲ ਵੀ ਹੈ ਤਾਂ ਬੇਅਦਬੀ ਹੈ।
ਤਾਂ ਸਤਿਗੁਰੂ ਕਹਿੰਦੇ ਕਿਸੇ ਦੀ ਆਰਬਲਾ ਜਿਹੜੀ ਹੈ ਉਹ ਆਪਣੇ ਆਪ ਨੂੰ ਆਪਣੇ ਰੂਪ ਸਵਾਰਨ ਦੇ ਵਿੱਚ ਹੀ ਗੁਜ਼ਰਦੀ ਜਾਂਦੀ ਹੈ। ਸਾਰੀ ਉਮਰ ਹੀ ਲੰਘ ਜਾਂਦੀ ਹੈ ਗੁਰੂ ਤੋਂ ਬੇਮੁਖ ਹੋਇਆਂ। ਕੱਲ ਨੂੰ ਮਾਘ ਦੀ ਸੰਗਰਾਂਦ ਦਾ ਦਿਹਾੜਾ ਹੈ, ਮਾਘੀ ਦਾ ਦਿਹਾੜਾ। ਜਿਵੇਂ ਵੈਸਾਖ ਦੀ ਸੰਗਰਾਂਦ ਨੂੰ ਵਿਸਾਖੀ ਕਿਹਾ ਜਾਂਦਾ ਹੈ, ਮਾਘ ਦੀ ਸੰਗਰਾਂਦ ਨੂੰ ਮਾਘੀ ਕਿਹਾ ਜਾਂਦਾ ਹੈ। ਔਰ ਇਸ ਦਿਨ 40 ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਮੁਕਤਿਆਂ ਸਿੰਘਾਂ ਨੂੰ, ਜਿਨ੍ਹਾਂ ਨੇ ਸਾਧ ਸੰਗਤ ਜੀ ਭਾਈ ਮਹਾਂ ਸਿੰਘ ਜੀ ਦੇ ਸਾਥੀ ਸਿੰਘ ਜੋ ਬਦਾਵਾ ਲਿਖਿਆ ਤੇ ਪੰਚਾਇਤ ਨੇ ਸੀ ਰਾਮੇ ਵਾਲੇ ਪਿੰਡ ਦੇ ਵਿੱਚ, ਜਿਹਦੇ ਵਿੱਚ ਮਾਝੇ ਦੀ ਪੰਚਾਇਤ ਦਾ ਜ਼ਿਕਰ ਆਉਂਦਾ, ਹੋਰ ਵੀ ਇਲਾਕਿਆਂ ਦੇ ਉਹ ਪੰਚਾਇਤ ਸੀ। ਰਾਜਨੀਤਿਕ ਲੋਕ ਸਨ ਜਿਹੜੇ ਸਰਕਾਰ ਨਾਲ ਵੀ ਸੰਬੰਧ ਰੱਖਦੇ ਸੀ, ਇਧਰ ਗੁਰੂ ਕੇ ਸਿੱਖ ਵੀ ਅਖਵਾਉਂਦੇ ਸਨ। ਉਹ ਇਕੱਠੇ ਹੋ ਕਰਕੇ ਜਦੋਂ ਰਾਮੇ ਵਾਲੇ ਪਿੰਡ ਗਏ ਸੀ ਤੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਗਰੀਬ ਨਵਾਜ ਸਾਹਿਬ ਜੀ ਨੂੰ ਫਿਰ ਬੇਨਤੀ ਕੀਤੀ, ਮਹਾਰਾਜ ਵੇਖੋ ਕਿੰਨਾ ਨੁਕਸਾਨ ਹੋਇਆ, ਆਪ ਜੀ ਦਾ ਆਨੰਦਪੁਰ ਸਾਹਿਬ ਉਜੜ ਗਿਆ ਹੈ, ਆਪ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਹੈ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਕਿੰਨੇ ਸਿੰਘ ਸ਼ਹੀਦ ਹੋ ਗਏ, ਕਿੱਡਾ ਵੱਡਾ ਨੁਕਸਾਨ ਹੋ ਗਿਆ। ਅਸੀਂ ਚਾਹੁੰਦੇ ਹਾਂ ਕਿ ਆਪ ਜੀ ਦਾ ਔਰੰਗਜ਼ੇਬ ਬਾਦਸ਼ਾਹ ਨਾਲ ਰਾਜੀਨਾਮਾ ਕਰਵਾ ਦਈਏ। ਮਹਾਰਾਜ ਕਹਿੰਦੇ ਵੀ ਸਾਡਾ ਕਾਹਦਾ ਰਾਜੀਨਾਮਾ ਭਾਈ, ਕੀ ਵਧੀਕੀ ਕੀਤੀ ਹੈ ਔਰੰਗਜ਼ੇਬ ਨੇ, ਵਧੀਕੀ ਕੀਤੀ 22 ਧਾਰ ਦੇ ਰਾਜਿਆਂ ਨੇ। ਉਹ ਸਾਡੇ ਤੇ ਚੜ੍ਹ ਕੇ ਆਉਂਦੇ ਰਹੇ, ਉਹ ਜ਼ੁਲਮ ਕਰਦੇ ਰਹੇ, ਅਸੀਂ ਉਹਨਾਂ ਨੂੰ ਰੋਕਦੇ ਰਹੇ। ਇਸ ਕਰਕੇ ਉਹਨਾਂ ਨੇ ਵਧੀਕੀਆਂ ਕੀਤੀਆਂ ਤੇ ਤੁਸੀਂ ਕਾਹਦਾ ਰਾਜੀਨਾਮੇ ਦੀ ਗੱਲ ਕਰਦੇ ਹੋ। ਕਹਿੰਦੇ ਜੀ ਅਸੀਂ ਚਾਹੁੰਦੇ ਹਾਂ, ਵੇਖੋ ਤੁਹਾਡਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਹੈ, ਘਰੋਂ ਬੇਘਰ ਹੋਏ ਪਏ ਜੇ, ਤੇ ਤੁਹਾਡਾ ਰਾਜੀਨਾਮਾ ਬਾਦਸ਼ਾਹ ਨਾਲ ਮੇਲ ਮਿਲਾਪ ਕਰਾ ਦਈਏ ਤੇ ਅਸੀਂ ਵੀ ਤੁਹਾਡੇ ਸਿੱਖ ਬਣੇ ਰਹੀਏ। ਇਸ ਤਰ੍ਹਾਂ ਸਾਡੇ ਤੋਂ ਵੀ ਸਿੱਖੀ ਨਹੀਂ ਮਹਾਰਾਜ ਕਮਾਈ ਜਾਂਦੀ। ਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਤੁਸੀਂ ਸਿੱਖ ਜੇ, ਸਿੱਖ ਤੇ ਉਹ ਹੁੰਦਾ ਜਿਹੜਾ ਗੁਰੂ ਸਾਹਿਬ ਜੀ ਨੂੰ ਆਪਾ ਸਮਰਪਣ ਕਰਦਾ, ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪਦਾ, ਗੁਰੂ ਕੀ ਆਗਿਆ ਵਿੱਚ ਚੱਲਦਾ, ਉਹ ਸਿੱਖ ਹੁੰਦਾ। ਤੁਸੀਂ ਤੇ ਆ ਕੇ ਸਾਨੂੰ ਸਿੱਖਿਆ ਦੇ ਰਹੇ ਜੇ, ਤੁਸੀਂ ਕਾਹਦੇ ਸਿੱਖ ਜੇ, ਤੇ ਇਹੋ ਜਿਹੇ ਸਿੱਖਾਂ ਤੋਂ ਮੈਂ ਲੈਣਾ ਕੀ ਹੈ। ਮਹਾਰਾਜ ਕਹਿੰਦੇ ਤੁਹਾਡੇ ਤੋਂ ਕੀ ਕਰਾਉਣਾ ਹੈ ਇਹੋ ਜਿਹੇ ਸਿੱਖਾਂ ਤੋਂ। ਕਹਿੰਦੇ ਜੀ ਫਿਰ ਜੇ ਤੁਸੀਂ ਨਹੀਂ ਮੰਨਦੇ ਤੇ ਸਾਡੇ ਤੋਂ ਵੀ ਨਹੀਂ ਸਿੱਖੀ ਫਿਰ ਕਮਾਈ ਜਾਣੀ। ਤੇ ਮਹਾਰਾਜ ਕਹਿੰਦੇ ਤੁਸੀਂ ਕਾਹਦੀ ਸਿੱਖੀ ਕਮਾਉਣੀ ਹੈ, ਵੀ ਤੁਸੀਂ ਬਾਦਸ਼ਾਹ ਨਾਲ ਰਾਜੀਨਾਮਾ ਕਰ ਲਓ ਤੇ ਟਿਕ ਕੇ ਬੈਠ ਜਾਓ, ਤੇ ਫਿਰ ਅਸੀਂ ਵੀ ਮਹਾਰਾਜ ਤੁਹਾਨੂੰ ਨਮਸਕਾਰ ਕਰਨ ਜੋਗੇ ਹੋ ਜਾਵਾਂਗੇ, ਅਸੀਂ ਵੀ ਤੁਹਾਡੇ ਸਿੱਖ ਬਣ ਜਾਵਾਂਗੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦੇ ਕੱਚੇ ਪਿੱਲੇ ਸਿੱਖਾਂ ਦੀ ਲੋੜ ਨਹੀਂ ਮੈਨੂੰ। ਉਸ ਵੇਲੇ ਗਰੀਬ ਨਵਾਜ ਨੇ ਉਸ ਪੰਚਾਇਤ ਨੂੰ ਆਖਿਆ ਸੀ ਵੀ ਇੱਥੇ ਲਿਖ ਕੇ ਜਾਓ, ਤੇ ਫਿਰ ਉਹਨਾਂ ਨੇ ਲਿਖਿਆ, ਪੰਚਾਇਤ ਨੇ ਬਦਾਵਾ ਲਿਖਿਆ ਰਾਮੇ ਵਾਲੇ ਪਿੰਡ ਦੇ ਵਿੱਚ, ਜਿਹਦੇ ਵਿੱਚ ਬਹੁਤਾ ਮਾਝੇ ਦਾ ਵੀ ਜ਼ਿਕਰ ਆਉਂਦਾ। ਮਾਝੇ ਦੀ ਪੰਚਾਇਤ ਸੀ, ਹੋਰ ਵੀ ਇਲਾਕਿਆਂ ਦੇ ਸਾਰੇ ਹੀ ਮੋਤਬਾਰ ਸੀ, ਆਗੂ ਸੀ, ਆਪਣੇ ਆਪ ਨੂੰ ਮਹਾਰਾਜ ਦੇ ਸਿੱਖ ਖਵਾਉਂਦੇ ਸੀ। ਉਂਝ ਸਿੱਖਾਂ ਦੇ ਘਰੇ ਪੈਦਾ ਹੋਏ ਸੀ, ਸਿੱਖ ਸੀ, ਪਰ ਸਰਕਾਰੀ ਸੀ, ਨਾਲ ਸਰਕਾਰ ਦੇ ਨਾਲ ਸੰਬੰਧ ਰੱਖਣ ਵਾਲੇ ਸੀ। ਤਾਂ ਜਿਸ ਵੇਲੇ ਲਿਖਿਆ, ਬਦਾਵਾ ਲਿਖਿਆ ਵੀ ਸਾਡਾ ਗੁਰੂ ਤੇ ਕੋਈ ਦਾਵਾ ਨਹੀਂ, ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਇਹ ਲਿਖ ਦਿੱਤਾ। ਜਦੋਂ ਲਿਖ ਕੇ ਵਾਪਸ ਚੱਲੇ, ਉੱਥੇ ਫਿਰ ਗੁਰੂ ਕੇ ਪਿਆਰੇ ਭਾਈ ਮਹਾਂ ਸਿੰਘ ਜੀ ਤੇ ਹੋਰ ਸਿੰਘਾਂ ਦਾ ਜਥਾ ਆ ਰਿਹਾ ਸੀ। ਉਹਨਾਂ ਦਾ ਇਸ ਪੰਚਾਇਤ ਨਾਲ ਮੇਲ ਮਿਲਾਪ ਹੁੰਦਾ, ਉਹ ਪੁੱਛਦੇ ਆ ਵੀ ਗੁਰੂ ਸਾਹਿਬ ਜੀ ਕਿੱਥੇ। ਇਹਨਾਂ ਦੱਸਿਆ ਵੀ ਰਾਮੇ ਵਾਲੇ ਪਿੰਡ ਵਿੱਚ ਤੇ ਆਹ ਗੱਲ ਹੋਈ ਹੈ, ਅਸੀਂ ਗੁਰੂ ਸਾਹਿਬ ਜੀ ਨੂੰ ਆਖਿਆ ਸੀ ਤੁਹਾਡਾ ਰਾਜੀਨਾਮਾ ਕਰਾ ਦਿੰਨੇ ਆ, ਤੇ ਗੁਰੂ ਸਾਹਿਬ ਜੀ ਨਹੀਂ ਮੰਨੇ। ਉਹਨਾਂ ਨੇ ਆਖਿਆ ਵੀ ਇਹੋ ਜਿਹੇ ਸਿੱਖਾਂ ਦੀ ਸਾਨੂੰ ਲੋੜ ਨਹੀਂ, ਤੇ ਅਸੀਂ ਬਦਾਵਾ ਲਿਖ ਕੇ ਦੇ ਆਏ। ਫਿਰ ਭਾਈ ਮਹਾਂ ਸਿੰਘ ਹੁਣਾਂ ਨੇ ਆਖਿਆ ਵੀ ਤੁਸੀਂ ਤੇ ਬਹੁਤ ਵੱਡੀ ਗਲਤੀ ਕਰ ਆਏ, ਇਹ ਬਹੁਤ ਵੱਡਾ ਅਪਰਾਧ ਕਰ ਆਏ ਤੁਸੀਂ।
ਸਾਰੇ ਇਲਾਕੇ ਨੂੰ ਹੀ ਸਿੱਖੀ ਤੋਂ ਖਾਰਜ ਕਰ ਆਏ। ਆਓ ਵਾਪਸ ਚੱਲੋ, ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਕੇ ਬਦਾਵਾ ਪੜਵਾਈਏ। ਨਾਲੇ ਪਤਾ ਲੱਗਾ ਪਿੱਛੋਂ ਸਰਹੰਦ ਦਾ ਸੂਬਾ 7-8 ਹਜ਼ਾਰ ਫੌਜ ਲੈ ਕੇ ਚੜਿਆ ਆਉਂਦਾ ਗੁਰੂ ਸਾਹਿਬ ਜੀ ਉੱਤੇ ਹਮਲਾਵਰ ਹੋ ਕੇ। ਕਹਿਣ ਲੱਗੇ, ਜਦੋਂ ਭਾਈ ਮਹਾਂ ਸਿੰਘ ਨੇ ਤੇ ਮਾਈ ਭਾਗ ਕੌਰ ਨੇ ਵੰਗਾਰਿਆ ਤੇ ਫਿਰ 40 ਸਿੰਘ ਨਿਤਰੇ ਭਾਈ ਮਹਾਂ ਸਿੰਘ ਦੇ ਸਮੇਤ। ਤਾਂ ਭਾਈ ਸਾਹਿਬ ਜੀ ਫਿਰ ਜਦੋਂ ਅੱਗੇ ਵਧੇ, ਵੇਖਿਆ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਖਦਰਾਣੇ ਦੀ ਢਾਬ ਨੂੰ ਚਲੇ ਗਏ। ਇਹ ਮਗਰ ਮਗਰ ਉੱਥੇ ਗਏ। ਖਦਰਾਣੇ ਦੀ ਢਾਬ ਨੀਵਾਂ ਥਾਂ ਸੀ, ਜਿੱਥੇ ਗਰਮੀਆਂ ਦੇ ਦਿਨਾਂ ਵਿੱਚ ਅੱਗੇ ਪਿੱਛੇ ਵੀ ਜਦੋਂ ਮੀਂਹ ਪੈਂਦਾ ਸੀ ਉੱਥੇ ਪਾਣੀ ਇਕੱਠਾ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਖਦਰਾਣੇ ਦੀ ਢਾਬ ਸੁੱਕੀ ਹੋਈ ਸੀ। ਕਲਗੀਧਰ ਪਾਤਸ਼ਾਹ ਦੇ ਨਾਲ ਲਗਭਗ 1400 ਸਿੰਘ ਸੀ ਉਸ ਵੇਲੇ, ਜਿਹੜਾ ਮਹਾਰਾਜ ਸਾਹਿਬ ਜੀ ਨੇ ਪਿੱਛੇ ਦੀਨੇ ਕਾਂਗੜ ਆਦਿ ਕਈ ਇਲਾਕਿਆਂ 'ਚ ਅੰਮ੍ਰਿਤ ਛਕਾ ਕੇ ਸਿੰਘਾਂ ਨੂੰ ਤਿਆਰ ਕੀਤਾ ਸੀ। ਉਹਨਾਂ ਸਿੰਘਾਂ ਨੇ ਆਖਿਆ, ਮਹਾਰਾਜ ਢਾਬ ਤਾਂ ਸੁੱਕੀ ਹੈ, ਨਾਲੇ ਨੀਵੀਂ ਹੈ, ਤੇ ਆਪਾਂ ਅੱਗੇ ਚੱਲੀਏ ਉੱਚੇ ਥਾਂ ਤੇ। ਪਿੱਛੋਂ ਜਿਹੜੀ ਫੌਜ ਆ ਗਈ ਉੱਚੇ ਥਾਂ ਦੇ ਉੱਤੇ, ਆਪਾਂ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਮੁਕਾਬਲਾ ਕਰ ਸਕਾਂਗੇ, ਜ਼ਿਆਦੀ ਮਾਰ ਆਪਣੀ ਹੋਵੇਗੀ ਉਹਨਾਂ ਦੇ ਉੱਤੇ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਟਿੱਬੀ ਸਾਹਿਬ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਚਲੇ ਜਾਂਦੇ ਆ। ਇਹ 40 ਸਿੰਘ 41ਵੀਂ ਮਾਈ ਭਾਗੋ, ਇਹ ਉਹ ਖਦਰਾਣੇ ਦੀ ਢਾਬ ਵਾਲੀ ਥਾਂ ਤੇ ਚਲੇ ਜਾਂਦੇ ਆ। ਪਤਾ ਇਹਨਾਂ ਨੂੰ ਲੱਗ ਜਾਂਦਾ ਕਿ ਪਿੱਛੋਂ ਫੌਜ ਆ ਰਹੀ ਹੈ। ਵਜੀਦ ਖਾਂ 8000 ਦੇ ਲਗਭਗ ਫੌਜ ਚੜਾ ਕੇ ਲਿਆ ਰਿਹਾ। ਇਹਨਾਂ ਕਿਹਾ ਵੀ ਹੁਣ ਬੇਨਤੀ ਕਰਕੇ ਬਦਾਵਾ ਨਹੀਂ, ਹੁਣ ਇੱਥੇ ਇਹ ਫੌਜ ਨੂੰ ਰੋਕੀਏ। ਗੁਰੂ ਸਾਹਿਬ ਅੰਤਰਜਾਮੀ ਆ, ਇਹ ਫੌਜ ਦੇ ਨਾਲ ਜੰਗ ਕਰੀਏ, ਵਜੀਦੇ ਦੇ ਨਾਲ ਜੰਗ ਕਰੀਏ, ਇਹਨਾਂ ਨੂੰ ਗੁਰੂ ਸਾਹਿਬ ਦੇ ਪਾਸ ਨਹੀਂ ਪਹੁੰਚਣ ਦੇਣਾ। ਇਸ ਕਰਕੇ ਗੁਰੂ ਸਾਹਿਬ ਜੀ ਜੇ ਜਿਉਂਦੇ ਰਹੇ ਤੇ ਬੇਨਤੀ ਕਰਕੇ ਬਦਾਵਾ ਪੜਵਾ ਲਵਾਂਗੇ, ਬਖਸ਼ਾ ਲਵਾਂਗੇ ਆਪਣੇ ਆਪ ਨੂੰ। ਜੇ ਸ਼ਹੀਦ ਹੋ ਗਏ ਤੇ ਸਤਿਗੁਰੂ ਅੰਤਰਜਾਮੀ ਆਪੇ ਮਹਾਰਾਜ ਬਖਸ਼ ਦੇਣਗੇ। ਫਿਰ ਇਹਨਾਂ 40 ਨੇ ਉੱਥੇ ਝਾੜੀਆਂ ਦੇ ਉੱਤੇ ਬੇਰੀ ਮਲਿਆਂ ਵਾਲੀਆਂ ਬੇਰੀਆਂ ਜਿਹੜੀਆਂ ਸੀ, ਉਹਨਾਂ ਬੇਰੀਆਂ ਦੇ ਉੱਤੇ ਆਪਣੇ ਲੱਕਾਂ ਨਾਲ ਕੀਤੇ ਹੋਏ ਕਮਰ ਕੱਸੇ ਚਾਦਰਾਂ ਦੇ, ਉਹ ਚਾਦਰਾਂ ਪਾਈਆਂ। ਪੁਰਾਣੇ ਸਿੰਘ ਆਪਣੇ ਲੱਕ ਦੇ ਨਾਲ ਦੂਜਾ ਕਛਹਿਰਾ ਵੀ ਰੱਖਿਆ ਕਰਦੇ ਸਨ। ਚੋਲੇ ਦੇ ਹੇਠਾਂ ਕਮਰ ਕੱਸਾ ਹੀ ਦੂਸਰੇ ਕਛਹਿਰੇ ਦਾ ਲਾ ਕੇ ਰੱਖਦੇ ਸਨ, ਵੀ ਜਿੱਥੇ ਕਿਤੇ ਹਨੇਰਾ ਸਵੇਰਾ ਹੋ ਜਾਵੇ, ਅੰਮ੍ਰਿਤ ਵੇਲੇ ਦਾ ਇਸ਼ਨਾਨ ਫਿਰ ਕਰਨਾ ਹੈ, ਇਸ਼ਨਾਨ ਸੁੱਧਣਾ। ਇਸ ਕਰਕੇ ਉਹ ਆਪਣੇ ਦੂਜੇ ਕਛਹਿਰੇ ਵੀ ਲੱਕਾਂ ਨਾਲੋਂ ਖੋਲ ਕੇ ਝਾੜੀਆਂ ਉੱਤੇ ਪਾਏ। ਚਾਦਰੇ ਜਿਹੜੇ ਕਮਰ ਕੱਸੇ ਲਾਏ ਸੀ ਉਹ ਵੀ ਪਾਏ, ਵੀ ਦੁਸ਼ਮਣ ਦੀ ਫੌਜ ਜਦੋਂ ਆਵੇ ਤੇ ਉਹਨਾਂ ਨੂੰ ਇਹ ਲੱਗੇ ਵੀ ਅਗਲੇ ਪਾਸੇ ਬਹੁਤੀ ਵੱਡੀ ਗਿਣਤੀ ਵਿੱਚ ਗੁਰੂ ਕੇ ਸਿੰਘ ਵਾ। ਤੰਬੂ ਲੱਗੇ ਦਿਸੇ, ਚਾਦਰਾਂ ਜਦੋਂ ਪਾਈਆਂ ਬੇਰੀਆਂ ਦੇ ਉੱਤੇ, ਝਾੜੀਆਂ ਦੇ ਉੱਤੇ। ਵਜੀਦੇ ਦੀ ਫੌਜ ਆਈ, ਇਹਨਾਂ 40 ਨੇ ਤੇ 41ਵੀਂ ਮਾਈ ਭਾਗ ਕੌਰ ਨੇ ਐਸਾ ਡਟ ਕੇ ਮੁਕਾਬਲਾ ਕੀਤਾ ਕਿ ਤੁਰਕਾਂ ਦੀ ਫੌਜ ਦੇ ਆਹੂ ਲਾ ਦਿੱਤੇ। ਇੱਕ ਇੱਕ ਸਿੰਘ ਕਈਆਂ ਨੂੰ ਮਾਰ ਕੇ ਸ਼ਹੀਦ ਹੋਇਆ। ਉੱਥੇ ਉੱਚੀ ਟਿੱਬੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਤੀਰ ਚਲਾਉਂਦੇ। ਫਿਰ ਇਹ ਵਾਪਸ ਜਿਹੜਾ ਵਜੀਦ ਖਾਂ ਇੱਕ ਕਪੂਰੇ ਨੂੰ ਪੁੱਛਦਾ ਹੈ, ਉਸ ਇਲਾਕੇ ਦਾ ਕੋਟਕਪੂਰੇ ਦਾ ਜਿਹੜਾ ਕਪੂਰ ਸਿੰਘ ਸੀ, ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਸ਼ਰਧਾਲੂ ਸੀ। ਸਤਿਗੁਰੂ ਜਦੋਂ ਇਹਦੇ ਪਾਸ ਪਹੁੰਚੇ ਸਨ ਨਾ, ਇਹਨੂੰ ਆਖਿਆ ਸੀ ਕਿਲਾ ਦੇ ਕਪੂਰਿਆ, ਸਾਨੂੰ ਪਿੱਛੇ ਜਿਹੜੀ ਤੁਰਕਾਂ ਦੀ ਫੌਜ, ਅਸੀਂ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਹਾਂ। ਇਹਨੇ ਕਿਹਾ, ਮਹਾਰਾਜ ਮੈਂ ਇਲਾਕੇ ਦਾ ਚੌਧਰੀ ਹਾਂ, ਬਾਅਦ ਵਿੱਚ ਮੇਰੇ ਨਾਲ ਵਧੀਕੀ ਕਰਨਗੇ ਉਹ। ਇਹਨੇ ਤੁਰਕਾਂ ਤੋਂ ਡਰ ਕਰਕੇ ਮਹਾਰਾਜ ਨੂੰ ਕਿਲਾ ਨਹੀਂ ਸੀ ਦਿੱਤਾ। ਉਂਝ ਗੁਰੂ ਸਾਹਿਬ ਨਾਲ ਹਮਦਰਦੀ ਵੀ ਰੱਖਦਾ ਸੀ, ਸ਼ਰਧਾ ਵੀ ਰੱਖਦਾ ਸੀ। ਤੇ ਗਰੀਬ ਨਵਾਜ ਨੇ ਫਿਰ ਇਹਨੂੰ ਆਖਿਆ ਵੀ ਕਪੂਰਾ ਤੁਰਕਾਂ ਦਾ ਕਤੂਰਾ, ਵੀ ਇਹ ਜਿਹੜਾ ਕਪੂਰਾ ਹੈ ਨਾ, ਉਂਝ ਸਾਡੇ ਨਾਲ ਪ੍ਰੇਮ ਵੀ ਰੱਖਦਾ, ਪਰ ਤੁਰਕਾਂ ਦਾ ਕਤੂਰਾ ਹੀ ਨਿਕਲਿਆ। ਕਤੂਰਾ ਜਿਹੜਾ ਨਿੱਕਾ ਜਿਹਾ ਹੁੰਦਾ ਨਾ, ਨਿੱਕਾ ਜਿਹਾ ਕੂਕਰ, ਵੀ ਉਹਨੂੰ ਜਿਹੜਾ ਆਵਾਜ਼ ਮਾਰੇ ਤੇ ਉਹ ਮਗਰ ਲੱਗ ਕੇ ਤੁਰਿਆ ਜਾਂਦਾ। ਸਤਿਗੁਰੂ ਕਹਿੰਦੇ ਤੁਰਕਾਂ ਦੇ ਮਗਰ ਲੱਗਣ ਵਾਲਾ, ਤੁਰਕਾਂ ਦਾ ਕਤੂਰਾ। ਤੇ ਉਹ ਇਲਾਕੇ ਦਾ ਚੌਧਰੀ ਹੋਣ ਦੇ ਨਾਂ ਤੇ ਰਾਹ ਦੱਸਦਾ ਵਜੀਦ ਖਾਂ ਦੇ ਨਾਲ ਆਇਆ ਸੀ।
ਵੀ ਵਿਸਾਖ ਦੇ ਮਹੀਨੇ ਵਿੱਚ ਇਹ ਜੰਗ ਹੋਇਆ, ਅੱਤ ਦੀ ਗਰਮੀ ਦੇ ਵਿੱਚ ਖਦਰਾਣੇ ਦੀ ਢਾਬ ਤੇ। 1705 ਈਸਵੀ ਸਨ ਤੇ 1762 ਬਿਕਰਮੀ ਸੰਮਤ ਨੂੰ। ਪੋਹ ਦੇ ਮਹੀਨੇ ਚ ਮਹਾਰਾਜ ਸਾਹਿਬ ਨੇ 6 ਪੋਹ ਨੂੰ ਆਨੰਦਪੁਰ ਸਾਹਿਬ ਛੱਡਿਆ। ਅੱਗੇ ਮਾਘ, ਫੱਗਣ, ਚੇਤ ਤੇ ਵਿਸਾਖ ਦਾ ਮਹੀਨਾ ਜਿਹੜਾ ਆਉਂਦਾ ਉਹਦੇ ਵਿੱਚ ਇਹ ਜੰਗ ਹੋਇਆ, ਵਿਸਾਖ ਦੇ ਮਹੀਨੇ ਦੇ ਵਿੱਚ। ਤਾਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਉੱਤੋਂ ਤੀਰ ਚਲਾਉਂਦੇ ਆ ਤੇ ਇਹ ਕਪੂਰੇ ਨੂੰ ਪੁੱਛਦਾ ਹੈ ਵੀ ਕਪੂਰਿਆ, ਵਜੀਦ ਖਾਂ ਕਹਿੰਦਾ ਵੀ ਤੁਰਕਾਂ ਦੀ ਜਿਹੜੀ ਫੌਜ ਹੈ ਉਹ ਉਸ ਵੇਲੇ ਬਹੁਤੀ ਜ਼ਿਆਦੀ ਮਾਰੀ ਗਈ ਸੀ, ਤੇ ਕਹਿੰਦਾ ਕਪੂਰਿਆ ਵੀ ਪਾਣੀ ਕਿੱਥੇ ਮਿਲੇਗਾ, ਮੇਰੀ ਫੌਜ ਤਿਹਾਈ ਮਰ ਰਹੀ ਹੈ। ਉਹਨੇ ਆਖਿਆ ਜੀ ਅਗਲੇ ਪਾਸੇ ਤਾਂ 30 ਕੋਹਾਂ ਤੇ ਮਿਲੇਗਾ ਤੇ ਪਿੱਛੇ 10 ਕੋਹਾਂ ਤੇ ਮਿਲੇਗਾ। ਵਜੀਦ ਖਾਂ ਕਹਿਣ ਲੱਗਾ ਵੀ ਫਿਰ ਪਿਛਾਂਹ ਮੁੜਨਾ ਚਾਹੀਦਾ ਹੈ। ਹੁਣ ਜਦੋਂ ਪਿਛਾਂਹ ਮੁੜਨ ਦੀ ਤਿਆਰੀ ਕਰਨ ਲੱਗਾ ਤੇ ਕਹਿੰਦਾ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਚੁੱਕ ਲਈਏ, ਜਿਹੜੇ ਮਾਰੇ ਗਏ ਉਹਨਾਂ ਨੂੰ ਦਫਨਾ ਦਈਏ। ਕਪੂਰੇ ਨੇ ਆਖਿਆ ਵੀ ਜੇ ਜ਼ਖਮੀਆਂ ਨੂੰ ਚੁੱਕਣ ਲੱਗੇ, ਮੁਰਦਿਆਂ ਨੂੰ ਦਫਨਾਉਣ ਲੱਗੇ ਤੇ ਜਿਹੜੇ ਜਿਉਂਦੇ ਇਹਨਾਂ ਨੇ ਵੀ ਮਰ ਜਾਣਾ। ਕਈ ਤੇ ਪਾਣੀ ਤੋਂ ਪਿਆਸੇ ਮਰ ਜਾਣਗੇ, ਕਈ ਜੰਗ ਦੇ ਵਿੱਚ ਉਂਝ ਮਰ ਜਾਣਗੇ ਜੰਗ ਕਰਦੇ ਆ। ਇਸ ਕਰਕੇ ਵਾਪਸ ਮੁੜਨਾ ਚਾਹੀਦਾ ਹੈ। ਇਹ ਵਾਪਸ ਫੌਜ ਨੂੰ ਲੈ ਕਰਕੇ ਮੁੜਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਟਿੱਬੀ ਤੋਂ ਫਿਰ ਘੋੜੇ ਤੇ ਸਵਾਰ ਜਦੋਂ ਛੇਤੀ ਨਾਲ ਹੋਏ, ਉਥੇ ਰਕਾਬ ਵੀ ਟੁੱਟੀ ਹੈ। ਉਹ ਅਸਥਾਨ ਵੀ ਸੋਭਨੀਕ ਹੈ, ਅਸਥਾਨ ਬਣਿਆ ਹੋਇਆ ਹੈ। ਫਿਰ ਮਹਾਰਾਜ ਇੱਥੇ ਆਉਂਦੇ ਖਦਰਾਣੇ ਦੀ ਢਾਬ ਤੇ, ਨੀਵੇਂ ਥਾਂ ਤੇ। ਇੱਥੇ ਘੋੜੇ ਤੋਂ ਉਤਰ ਕੇ ਪਿੱਛੇ ਜਿਹੜੇ ਮਹਾਰਾਜ ਦੇ ਸਿੰਘ ਸੀ ਉਹ ਵੀ ਆ ਜਾਂਦੇ ਤੇ ਗਰੀਬ ਨਵਾਜ ਸਾਹਿਬ ਇੱਕ ਇੱਕ ਸਿੰਘ ਦੇ ਪਾਸ ਜਾ ਕੇ ਬੈਠਦੇ ਜਿਹੜੇ ਸਿੰਘ ਸ਼ਹੀਦ ਹੋਏ ਸੀ। ਨਾਲੇ ਆਪਣੇ ਚੋਲੇ ਦੇ ਪੱਲੇ ਦੇ ਨਾਲ ਉਹਦਾ ਚਿਹਰਾ ਸਾਫ਼ ਕਰਦੇ, ਉੱਤੇ ਘੱਟਾ ਪਿਆ ਹੋਇਆ, ਮਿੱਟੀ ਪਈ ਹੋਈ, ਕਈਆਂ ਦੇ ਖੂਨ ਲੱਗਾ ਹੋਇਆ, ਸ਼ਹੀਦ ਹੋਏ ਸਿੰਘ। ਕੱਲੇ ਕੱਲੇ ਦਾ ਚਿਹਰਾ ਸਾਫ਼ ਕਰਦੇ ਆ ਤੇ ਨਾਲੇ ਵਰਦਾਨ ਦਿੰਦੇ ਆ, ਇਹ ਮੇਰਾ 20 ਹਜ਼ਾਰੀ ਸਿੰਘ, ਇਹ ਮੇਰਾ 30 ਹਜ਼ਾਰੀ ਸਿੰਘ। 20 ਹਜ਼ਾਰੀ 30 ਹਜ਼ਾਰੀ ਇਸ ਕੀ ਹੋਏ ਲੱਖਣ ਸਰਦਾਰੀ, ਇਹਦੀ ਲੱਖਾਂ ਦੀ ਸਰਦਾਰੀ ਹੋਏਗੀ। ਗਰੀਬ ਨਵਾਜ ਕਹਿੰਦੇ ਜਿੰਨਾ ਜਿੰਨਾ ਉਦਮ ਕਰਕੇ ਇਹਨਾਂ ਸ਼ਹੀਦੀਆਂ ਪਾਈਆਂ, 20 ਹਜ਼ਾਰੀ ਤੋਂ ਭਾਵ ਮਹਾਰਾਜ ਸਾਹਿਬ ਨੇ ਆਖਿਆ ਫੇਰ ਜਨਮ ਲੈਣਗੇ ਇਸ ਧਰਤੀ ਦੇ ਉੱਤੇ। ਇਹ ਜਿਹੜਾ ਮੇਰਾ ਸਿੰਘ ਹੈ 20,000 ਫੌਜ ਇਹਦੇ ਥੱਲੇ ਕੰਮ ਕਰੇਗੀ। ਇਹ 20,000 ਫੌਜ ਦਾ ਜਰਨੈਲ ਬਣ ਕੇ ਸੇਵਾ ਕਮਾਵੇਗਾ। ਇਹ 30,000 ਫੌਜ ਦੇ ਉੱਤੇ ਇਹ ਹੁਕਮ ਕਰੇਗਾ ਮੇਰਾ ਸਿੰਘ। ਇਹ ਸਿੰਘ ਲੱਖਾਂ ਫੌਜ, ਲੱਖ ਫੌਜ ਇਹਦੇ ਥੱਲੇ ਹੋਵੇਗੀ ਤੇ ਲੱਖ ਫੌਜ ਦਾ ਇਹ ਜਰਨੈਲ ਹੋਵੇਗਾ। ਇਹ ਦੁਨੀਆ ਦਾ ਰਾਜ ਭਾਗ ਭੋਗ ਕੇ ਫਿਰ ਮਹਾਰਾਜ ਕਹਿੰਦੇ ਵੀ ਸਾਡੇ ਗੁਰਪੁਰੀ ਦੇ ਵਿੱਚ ਆਉਣਗੇ ਸਿੰਘ। ਐਸੇ ਮਹਾਰਾਜ ਵਰਦਾਨ ਜਦੋਂ ਦੇ ਰਹੇ ਸੀ, ਫਿਰ 40 ਵਿੱਚੋਂ ਇੱਕ ਸਹਿ ਕਰਿਆ ਸੀ ਭਾਈ ਮਹਾ ਸਿੰਘ। ਨੇਤਰ ਮੀਟੇ ਹੋਏ ਆ ਔਰ ਖੂਨ ਦੇ ਨਾਲ ਲੱਥ-ਪੱਥ ਹੈ, ਬਹੁਤਾ ਖੂਨ ਵਗ ਚੁੱਕਿਆ ਹੈ। ਘੱਟਾ ਮਿੱਟੀ ਜਿਹੜਾ ਉਹ ਚਿਹਰੇ ਤੇ ਪਿਆ ਹੋਇਆ ਹੈ। ਸਤਿਗੁਰੂ ਜੀ ਗਏ, ਅੰਦਰ ਇੱਕੋ ਹੀ ਭਾਵਨਾ ਚੱਲ ਰਹੀ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਹੁਣ ਦਰਸ਼ਨ ਦੇ ਦੇਣ। ਸਤਿਗੁਰੂ ਪਹੁੰਚੇ, ਭਾਈ ਮਹਾ ਸਿੰਘ ਜੀ ਦਾ ਸੀਸ ਚੁੱਕ ਕਰਕੇ ਆਪਣੇ ਗੋਡੇ ਤੇ ਰੱਖਦੇ ਆ, ਆਪਣੇ ਚੋਲੇ ਦੇ ਪੱਲੇ ਦੇ ਨਾਲ ਚਿਹਰਾ ਸਾਫ਼ ਕਰਦੇ। ਆਖਿਆ ਸਿੰਘਾ, ਜਿਨ੍ਹਾਂ ਨੂੰ ਤੂੰ ਯਾਦ ਕਰ ਰਿਹਾ ਆਪਣੇ ਸਤਿਗੁਰੂ ਨੂੰ, ਅਸੀਂ ਆ ਗਏ ਹਾਂ। ਸਿੰਘਾ ਨੇਤਰ ਖੋਲ ਤੇ ਦਰਸ਼ਨ ਕਰ। ਭਾਈ ਮਹਾ ਸਿੰਘ ਨੇ ਨੇਤਰ ਖੋਲ ਕੇ ਦਰਸ਼ਨ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਸੀਸ ਰੱਖਿਆ ਹੈ। ਸਤਿਗੁਰੂ ਜੀ ਖੁਸ਼ ਹੋਏ, ਸਿੰਘਾ ਅਸੀਂ ਤੁਹਾਡੀ ਸੇਵਾ ਤੇ ਤੁਹਾਡੀ ਕੁਰਬਾਨੀ ਤੇ ਅਤਿਅੰਤ ਖੁਸ਼ ਹਾਂ। ਸਿੰਘਾ ਕੁਝ ਮੰਗੋ ਦੇਈਏ। ਬਹੁਤੀ ਵਾਰੀ ਕਲਗੀਧਰ ਪਾਤਸ਼ਾਹ ਨੇ ਆਖਿਆ, ਇੱਕੋ ਹੀ ਬੇਨਤੀ ਭਾਈ ਮਹਾ ਸਿੰਘ ਨੇ ਕੀਤੀ। ਮਹਾਰਾਜ ਆਪ ਜੀ ਨੇ ਦਰਸ਼ਨ ਦੇ ਦਿੱਤੇ, ਸਭ ਵਾਸ਼ਨਾਵਾਂ ਹੀ ਮਿਟ ਗਈਆਂ। ਇੱਕੋ ਹੀ ਭਾਵਨਾ ਹੈ ਜੋ ਸਿੱਖ ਭਰਾ ਬਦਾਵਾ ਲਿਖ ਕੇ ਦੇ ਗਏ, ਜਿਹੜੀ ਕਾਗਜ਼ ਤੇ ਗੱਲ ਲਿਖ ਕੇ ਦੇ ਗਏ ਆ ਵੀ ਮਹਾਰਾਜ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਉਹ ਮਹਾਰਾਜ ਕਿਰਪਾ ਕਰੋ, ਭੁੱਲ ਦੀ ਮਾਫੀ ਦੇ ਦਿਓ ਤੇ ਬਦਾਵਾ ਪਾੜ ਦਿਓ। ਸਤਿਗੁਰੂ ਕਹਿੰਦੇ ਜਿਹੜੇ ਡਰ ਕਰਕੇ ਪਿਛਾਂਹ ਹਟ ਗਏ, ਜਿਹੜੀ ਟੁੱਟ ਗਈ ਉਹ ਨਖੁੱਟ ਗਈ, ਜਿਹੜੀ ਸਿੱਖੀ ਦੀ ਸਾਂਝ ਟੁੱਟ ਗਈ ਉਹ ਤਾਂ ਪਿਛਾਂਹ ਹਟ ਗਏ। ਭਾਈ ਮਹਾ ਸਿੰਘਾ ਤੂੰ ਆਪਣੇ ਵਾਸਤੇ ਮੰਗ, ਤੈਨੂੰ ਕੀ ਚਾਹੀਦਾ? ਦੁਨੀਆ ਦਾ ਰਾਜ ਦੇ ਦਈਏ, ਪਰਲੋਕ ਦਾ ਰਾਜ ਦੇ ਦਈਏ, ਬ੍ਰਹਮ ਲੋਕ ਦਾ ਰਾਜ ਦੇ ਦਈਏ, ਕਿਹੜਾ ਰਾਜ ਚਾਹਣਾ ਹੈ?
ਆਖਿਆ ਮਹਾਰਾਜ ਹੋਰ ਕੁਝ ਨਹੀਂ ਚਾਹੀਦਾ, ਜੋ ਗਰੀਬ ਨਵਾਜ ਸਿੱਖਾਂ ਨੇ ਬਦਾਵਾ ਲਿਖ ਦਿੱਤਾ, ਭੁੱਲ ਕਰਕੇ ਗਰੀਬ ਨਵਾਜ ਉਹ ਬਦਾਵਾ ਪਾੜ ਦਿਓ। ਫਿਰ ਸਤਿਗੁਰੂ ਜੀ ਨੇ ਆਖਿਆ ਵਾਹ ਸਿੱਖੀ, ਧੰਨ ਸਿੱਖੀ, ਵਾਹ ਖਾਲਸਾ, ਐਸੇ ਮੇਰੇ ਪਰਉਪਕਾਰੀ ਸਿੰਘ। ਫਿਰ ਗਰੀਬ ਨਵਾਜ ਸਾਹਿਬ ਜੀ ਨੇ ਬਦਾਵਾ ਪਾੜਿਆ ਤੇ ਨਾਲੇ ਮੁਖ ਤੋਂ ਪੰਕਤੀ ਪੜ੍ਹੀ, ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਭਾਈ ਮਹਾ ਸਿੰਘ ਜੀ ਨੇ ਮਹਾਰਾਜ ਸਾਹਿਬ ਜੀ ਦੀ ਗੋਦ ਦੇ ਵਿੱਚ ਸਰੀਰ ਤਿਆਗਿਆ। ਸਤਿਗੁਰਾਂ ਨੇ ਬਰਾੜ ਸਿੰਘਾਂ ਨੂੰ ਆਖਿਆ ਵੀ ਜਿੰਨੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੇ ਸਰੀਰ ਇੱਕ ਥਾਂ ਤੇ ਇਕੱਤਰ ਕਰੋ, ਲੱਕੜਾਂ ਇਕੱਠੀਆਂ ਕਰੋ। ਇੱਕੋ ਹੀ ਚਿਖਾ ਤਿਆਰ ਕੀਤੀ ਖਦਰਾਣੇ ਦੀ ਢਾਬ ਵਿੱਚ, 40 ਸਿੰਘਾਂ ਦੇ ਸਰੀਰ ਲਿਆ ਕਰਕੇ ਉੱਤੇ ਟਿਕਾਏ, ਆਪਣੇ ਹੱਥੀਂ ਸੰਸਕਾਰ ਕਰਵਾਇਆ। ਸਤਿਗੁਰੂ ਕਹਿਣ ਲੱਗੇ ਅੱਜ ਤੋਂ ਇਹਨੂੰ ਖਦਰਾਣੇ ਦੀ ਢਾਬ ਨਹੀਂ, ਇਹ 40 ਸਾਡੇ ਮੁਕਤੇ ਸਿੰਘ ਹੋਏ, ਇਹਨਾਂ ਨੂੰ ਪੰਥ ਵਿੱਚ ਮੁਕਤਿਆਂ ਦੇ ਨਾਮ ਨਾਲ ਯਾਦ ਕੀਤਾ ਜਾਵੇਗਾ ਤੇ ਇਸ ਸਥਾਨ ਨੂੰ ਮੁਕਤਸਰ ਸਾਹਿਬ ਕਿਹਾ ਜਾਵੇਗਾ। ਆਮ ਕਈ ਵਾਰੀ ਸਿੱਧਾ ਹੀ ਕਹਿ ਦਿੰਦੇ ਆ ਕਈ ਸਿੰਘ ਸੰਗਤ ਕਿ ਮੁਕਤਸਰ, ਉਹ ਸਿੱਧਾ ਅੱਧਾ ਜਿਹਾ ਅੱਖਰ ਹੈ। ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵਿਗੜਿਆ ਹੋਇਆ ਨਾਮ ਕਈ ਲੈਂਦੇ ਆ, ਉਹ ਅੰਮ੍ਰਿਤਸਰ ਕਹਿ ਦਿੰਦੇ ਆ, ਉਹ ਵੀ ਗਲਤੀ ਹੈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਕਈ ਸਿੱਧਾ ਮੁਕਤਸਰ ਸਾਹਿਬ ਹੀ ਕਹਿ ਦਿੰਦੇ। ਮਹਾਰਾਜ ਨੇ ਆਖਿਆ ਵੀ ਇੱਥੇ ਸਰੋਵਰ ਲੱਗੇਗਾ 40 ਮੁਕਤਿਆਂ ਦੀ ਯਾਦ ਵਿੱਚ, ਮੁਕਤਸਰ, ਸਰ ਨਾਮ ਸਰੋਵਰ ਦਾ। ਔਰ ਜਿਹੜਾ ਇੱਥੇ ਮਾਘ ਦੀ ਸੰਗਰਾਂਦ ਨੂੰ ਆ ਕਰਕੇ ਇਸ਼ਨਾਨ ਕਰਿਆ ਕਰੇਗਾ ਉਹਦੀਆਂ ਭਾਵਨਾਵਾਂ ਸਾਰੀਆਂ ਪੂਰੀਆਂ ਹੋਣਗੀਆਂ। ਜਿਹੜਾ ਇੱਥੇ ਇਸ਼ਨਾਨ ਕਰਕੇ ਸ਼ਹੀਦਾਂ ਦੇ ਇਸ ਥਾਂ ਤੇ ਜਿੱਥੇ ਸ਼ਹੀਦਾਂ ਦਾ 40 ਸਿੰਘਾਂ ਦਾ ਸੰਸਕਾਰ ਕੀਤਾ ਹੈ ਆ ਕੇ ਨਮਸਕਾਰ ਕਰੇਗਾ, ਇੱਥੇ ਸੇਵਾ ਕਰੇਗਾ, ਉਹਦੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਇਆ ਕਰਨਗੀਆਂ, ਸਿੱਖੀ ਦੀ ਦਾਤ ਮਿਲੇਗੀ, ਕਲਿਆਣ ਹੋਵੇਗੀ। ਐਸੇ ਵਰਦਾਨ ਦਿੱਤੇ ਸਤਿਗੁਰੂ। ਕਹਿੰਦੇ ਜਿੱਥੇ ਕੋਈ ਇੱਕ ਤਪਸਵੀ ਤਪੱਸਿਆ ਕਰਕੇ ਆਪਣਾ ਸਰੀਰ ਤਿਆਗਦਾ ਉਹ ਜਗ੍ਹਾ ਤੀਰਥ ਬਣ ਜਾਂਦੀ। ਇੱਥੇ ਤਾਂ ਮੇਰੇ ਪਿਆਰ ਦੇ ਵਿੱਚ 40 ਨੇ ਆਪਣਾ ਖੂਨ ਡੋਲਿਆ ਹੈ, ਇਸ ਕਰਕੇ ਇਹ ਖਦਰਾਣੇ ਦੀ ਢਾਬ ਨਹੀਂ, ਇਹ ਮੁਕਤ ਸਾਰੇ ਮੁਕਤੀ ਦਾ ਸਰੋਵਰ, ਇਹ ਮੁਕਤਸਰ ਸਾਹਿਬ ਹੋਵੇਗਾ। ਤੋ 40 ਨੂੰ ਮਹਾਰਾਜ ਨੇ ਮੁਕਤ ਕੀਤਾ। ਉਹਨਾਂ ਨੇ ਸਾਧ ਸੰਗਤ ਜੀ ਬਦਾਵਾ ਪੜਵਾਇਆ, ਬਦਾਵਾ ਉਹਨਾਂ ਤੇ ਬਦਾਵਾ ਪੜਵਾ ਕਰਕੇ ਤੇ ਟੁੱਟੀ ਹੋਈ ਸਿੱਖੀ ਦੀ ਸਾਂਝ ਗੰਢਾ ਲਈ। ਪਰ ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ, ਜਿਹੜੇ ਆਪਣੇ ਰੰਗ ਰੂਪ ਨੂੰ ਹੀ ਸਵਾਰਨ ਦੇ ਵਿੱਚ ਸਾਰੀ ਉਮਰ ਲੱਗੇ ਰਹੇ, ਗੁਰੂ ਕਾ ਅੰਮ੍ਰਿਤੀ ਨਾ ਛਕਿਆ, ਸਾਬਤ ਸੂਰਤੀ ਨਾ ਰੱਖੀ, ਗੁਰੂ ਕੀ ਸਿੱਖੀ ਨਾ ਧਾਰਨ ਕੀਤੀ, ਉਹ ਤਾਂ ਬਦਾਵਾ ਦਿੱਤਾ ਹੀ ਹੋਇਆ, ਸਾਰੀ ਉਮਰ ਹੀ ਬਦਾਵੀਏ ਬਣ ਕੇ ਲੰਘ ਗਈ। ਉਹਨਾਂ ਤੇ ਸਵੇਰੇ ਬਦਾਵਾ ਲਿਖਿਆ ਪੰਚਾਇਤ ਨੇ ਤੇ ਸ਼ਾਮ ਨੂੰ ਉੱਥੇ ਜੰਗ ਕਰਕੇ ਤੇ ਬਦਾਵਾ ਪੜਵਾ ਲਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਫਰਮਾ ਰਹੇ ਆ, ਕਾਹੂ ਬਿਹਾਵੈ ਰੰਗ ਰਸ ਰੂਪ। ਕਿਸੇ ਦੇ ਸੰਸਾਰ ਦੇ ਰੰਗਾਂ ਵਿੱਚ, ਰਸਾਂ ਦੇ ਵਿੱਚ ਕਈ ਪ੍ਰਕਾਰ ਦੇ ਰੰਗ ਵਾ ਸੰਸਾਰ ਦੇ। ਆ ਬਾਰੀ ਵੀ ਰੰਗ ਵਾ, ਵੇਖੋ ਕੱਪੜਿਆਂ ਦੇ ਵੀ ਰੰਗ ਵਾ, ਹੋਰ ਰੰਗ ਕਈ ਤਮਾਸ਼ੇ ਆ, ਕਈ ਤਰ੍ਹਾਂ ਦੀ ਇਹ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੇ ਉਪਾਈ ਕਈ ਰੰਗਾਂ ਦੀ ਦੁਨੀਆ। ਇਹਦੇ ਵਿੱਚ ਕਈ ਰੰਗ ਹਨ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ। ਉਹਨਾਂ ਰੰਗਾਂ ਤਮਾਸ਼ਿਆਂ ਦੇ ਵਿੱਚ ਹੀ ਤੇ ਕਈ ਤਰ੍ਹਾਂ ਦੇ ਰਸ ਵਾ, ਖਾਣ ਦਾ ਰਸ, ਵੇਖਣ ਦਾ ਰਸ, ਸੁਣਨ ਦਾ ਰਸ, ਸੁੰਘਣ ਦਾ ਰਸ, ਭੋਗਣ ਦਾ ਰਸ। ਉਹਨਾਂ ਰਸਾਂ ਦੇ ਵਿੱਚ ਤੇ ਰੂਪਾਂ ਨੂੰ ਵੇਖਦਿਆਂ ਤੇ ਆਪਣੇ ਰੂਪ ਨੂੰ ਸਵਾਰਦਿਆਂ ਹੀ ਮਹਾਰਾਜ ਕਹਿੰਦੇ ਕਿਸੇ ਦੀ ਰੰਗਾਂ ਰਸਾਂ ਰੂਪਾਂ ਵਿੱਚ ਹੀ ਬੀਤ ਹੋ ਜਾਂਦੀ ਹੈ, ਸਾਰੀ ਉਮਰ ਜਿਹੜੀ ਉਹ ਗੁਜ਼ਰ ਜਾਂਦੀ ਹੈ। ਤੇ ਕਿਸੇ ਦੀ ਬਿਹਾਵੇ ਉਮਰ ਬੀਤ ਜਾਂਦੀ ਹੈ। ਮਾਤਾ ਪਿਤਾ ਤੇ ਪੁੱਤਰਾਂ ਦੇ ਨਾਲ ਮੋਹ ਕਰਦੇ ਆਂ, ਮਾਤਾ ਦੇ ਨਾਲ, ਪਿਤਾ ਦੇ ਨਾਲ, ਪੂਤ ਪੁੱਤਰਾਂ ਦੇ ਨਾਲ ਹੀ। ਇਹਦਾ ਭਾਵ ਇਹ ਨਹੀਂ ਕਿ ਮਾਂ ਪਿਓ ਤੇ ਪੁੱਤਰਾਂ ਦੇ ਨਾਲ ਸੰਬੰਧ ਹੋਣਾ ਨਹੀਂ ਚਾਹੀਦਾ, ਪਰ ਗਰੀਬ ਨਵਾਜ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਦਾ ਨਾ ਵੀ ਹੋ ਜਾਵੇ ਵੀ ਤੈਨੂੰ ਧਰਮ ਹੀ ਭੁੱਲ ਜਾਵੇ, ਪਰਿਵਾਰ ਹੀ ਇਕੱਲਾ ਚੇਤੇ ਰਹਿ ਜਾਵੇ ਤੇ ਨਿਰੰਕਾਰ ਭੁੱਲ ਹੀ ਜਾਵੇ। ਮਹਾਰਾਜ ਕਹਿੰਦੇ ਕਿਸੇ ਦੀ ਮਾਤਾ ਤੇ ਪਿਤਾ ਤੇ ਪੁੱਤਰਾਂ ਦੇ ਨਾਲ ਹੀ ਖਚਤ ਹੋ ਕਰਕੇ ਉਮਰ ਬੀਤ ਜਾਂਦੀ ਹੈ। ਕਿਸੇ ਦੀ ਉਮਰ ਜਿਹੜੀ ਉਹ ਬੀਤਦੀ ਹੈ
ਰਾਜ ਕਰਦਿਆਂ ਪਰਮੇਸ਼ਰ ਚੇਤੇ ਹੀ ਨਹੀਂ ਆਉਂਦਾ। ਕਿਸੇ ਦੀ ਮਿਲਖ ਜਗੀਰਾਂ ਨੂੰ ਖਰੀਦਦਿਆਂ, ਆਪਣੀ ਮਾਲਕੀ ਬਣਾਉਂਦਿਆਂ, ਮਿਲਖ ਜਗੀਰਾਂ ਬਣਾਉਂਦਿਆਂ, ਵਪਾਰ ਕਰਦਿਆਂ ਬੀਤ ਜਾਂਦੀ ਹੈ। ਕਾਹੂ ਬਿਹਾਵੇ ਰਾਜ ਮਿਲਖ ਵਪਾਰਾ, ਕਿਸੇ ਦੀ ਰਾਜ ਕਰਦਿਆਂ ਹੀ ਬੀਤ ਜਾਂਦੀ ਹੈ। ਉਹ ਸਾਰੀ ਉਮਰ ਇਹੀ ਚਾਹੀ ਜਾਂਦਾ ਹੈ, ਇਹੀ ਇੱਛਾ ਬਣੀ ਰਹਿੰਦੀ ਹੈ ਕਿ ਮੇਰਾ ਰਾਜ ਭਾਗ ਵਧੇ, ਮੈਨੂੰ ਰਾਜ ਭਾਗ ਮਿਲੇ। ਤੇ ਕੋਈ ਆਪਣੀ ਜ਼ਮੀਨ ਜਾਇਦਾਦ ਵਧਾਉਂਦਿਆਂ, ਮਿਲਖ ਜਾਇਦਾਦ ਵਧਾਉਂਦਿਆਂ ਹੀ, ਜਗੀਰਾਂ ਵਧਾਉਂਦਿਆਂ ਹੀ ਉਮਰ ਬੀਤ ਜਾਂਦੀ, ਤੇ ਕਿਸੇ ਦੀ ਵਪਾਰ ਕਰਦਿਆਂ ਬੀਤ ਜਾਂਦੀ ਹੈ। ਸੰਤ ਬਿਹਾਵੇ ਹਰ ਨਾਮ ਆਧਾਰਾ, ਤੇ ਸੰਤਾਂ ਦੀ ਮਹਾਰਾਜ ਕਹਿੰਦੇ ਉਮਰ ਬੀਤਦੀ ਵਾਹਿਗੁਰੂ ਦੇ ਨਾਮ ਦੇ ਆਸਰੇ, ਉਹਨਾਂ ਨੂੰ ਨਾਮ ਦਾ ਆਧਾਰ ਹੈ, ਉਹਨਾਂ ਦੀ ਆਰਬਲਾ ਸਫਲੀ ਹੈ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦਾ ਆਸਰਾ ਲਿਆ। ਜਿਹੜਾ ਰਾਜ ਕਰਦਾ ਹੈ, ਜੇ ਰਾਜ ਕਰਦਿਆਂ ਵੀ ਪਰਮੇਸ਼ਰ ਚੇਤੇ ਰਵੇ ਤੇ ਉਹਦਾ ਰਾਜ ਕੀਤਾ ਵੀ ਸਫਲਾ ਹੋ ਜਾਵੇ। ਤੇ ਜੇ ਕੋਈ ਮਿਲਖ ਜਗੀਰਾਂ ਦਾ ਮਾਲਕ ਹੈ, ਉਹ ਵੀ ਪ੍ਰਭੂ ਦੀ ਬੰਦਗੀ ਕਰੇ ਤੇ ਉਹਦੀਆਂ ਜਗੀਰਾਂ ਵੀ ਸਫਲੀਆਂ ਹੋ ਜਾਣ। ਜਿਹੜਾ ਵਪਾਰ ਕਰਦਿਆਂ ਉਮਰ ਬਤੀਤ ਕਰਦਾ, ਉਹ ਵਪਾਰੀ ਜੇ ਪਰਮੇਸ਼ਰ ਦੀ ਬੰਦਗੀ ਕਰੇ, ਨਾਮ ਜਪੇ, ਤੇ ਉਹਦਾ ਵਪਾਰ ਕਰਨਾ ਵੀ ਸਫਲਾ ਹੋ ਜਾਵੇ। ਪਰ ਜੇ ਪ੍ਰਭੂ ਦੇ ਨਾਮ ਨੂੰ ਭੁਲਾ ਕਰਕੇ ਕੱਲਾ ਰਾਜ ਹੀ ਚੇਤੇ ਆ, ਜਗੀਰਾਂ ਹੀ ਚੇਤੇ ਆ, ਵਪਾਰ ਹੀ ਚੇਤੇ ਆ, ਨਿਰੰਕਾਰ ਭੁੱਲ ਗਿਆ ਹੈ, ਤੇ ਫਿਰ ਐਵੇਂ ਹੀ ਬੀਤ ਗਈ, ਨਿਸਫਲ ਹੀ ਬੀਤ ਗਈ। ਕੱਲਾ ਪਰਿਵਾਰ ਹੀ ਚੇਤੇ ਹੈ, ਨਿਰੰਕਾਰ ਭੁੱਲ ਗਿਆ, ਫਿਰ ਤਾਂ ਐਵੇਂ ਹੀ ਲੰਘ ਗਈ। ਮਾਰੇ ਕਹਿੰਦੀ ਕਿਸੇ ਦੀ ਇਸ ਤਰ੍ਹਾਂ ਉਮਰ ਜਿਹੜੀ ਉਹ ਬੀਤਦੀ ਜਾ ਰਹੀ ਹੈ, ਪਰ ਸੰਤਾਂ ਦੀ ਨਾਮ ਦੇ ਆਸਰੇ ਨਾਲ ਗੁਜ਼ਰਦੀ ਹੈ। ਰਚਨਾ ਸਾਚ ਬਣੀ, ਇਹ ਜਿਹੜੀ ਰਚਨਾ ਹੈ ਨਾ, ਇਹ ਮਹਾਰਾਜ ਕਹਿੰਦੇ ਸਾਚ, ਉਹ ਸੱਚੇ ਪਰਮੇਸ਼ਰ ਵਾਹਿਗੁਰੂ ਜੀ ਦੀ ਬਣਾਈ ਹੋਈ ਬਣੀ ਹੈ। ਇਹ ਜਿਹੜੀ ਰਚਨਾ ਸਾਰੀ ਬਣ ਰਹੀ ਹੈ, ਇਹ ਸਾਚ ਬਣੀ, ਇਹ ਸਾਚ ਸੱਚੇ ਪਰਮੇਸ਼ਰ ਨੇ ਬਣਾਈ ਹੈ। ਔਰ ਉਹਦੀ ਇਹ ਸੱਚੀ ਰਚਨਾ ਜਿਹੜੀ ਇਹ ਬਣੀ ਹੋਈ ਹੈ, ਵੀ ਇਸ ਤਰੀਕੇ ਦੀ ਇਹ ਰਚਨਾ ਬਣੀ ਹੋਈ ਹੈ, ਕਿਸੇ ਦੀ ਕਿਸੇ ਤਰ੍ਹਾਂ ਉਮਰ ਬੀਤਦੀ ਹੈ, ਕਿਸੇ ਦੀ ਕਿਸੇ ਤਰੀਕੇ ਨਾਲ ਬੀਤਦੀ ਜਾ ਰਹੀ ਹੈ। ਤੇ ਇਹ ਰਚਨਾ ਨੂੰ ਬਣਾਉਣ ਵਾਲਾ ਉਹ ਸੱਚਾ ਮਾਲਕ ਆਪ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸੱਚੇ ਪਰਮੇਸ਼ਰ ਨੇ ਇਹ ਬਣਾਈ ਹੋਈ, ਉਹਦੀ ਬਣਾਈ ਹੋਈ ਬਣੀ ਹੈ ਰਚਨਾ। ਸਭ ਕਾ ਏਕ ਧਨੀ, ਪਰ ਸਾਰਿਆਂ ਦਾ ਧਨੀ ਮਾਲਕ ਉਹ ਇੱਕੋ ਇੱਕ ਆਪ ਹੀ ਹੈ, ਪਰਮੇਸ਼ਰ ਵਾਹਿਗੁਰੂ ਮਾਲਕ ਹੈ। ਜਿੰਨੇ ਵੀ ਜੀਵ ਹਨ, ਜਿੰਨਿਆਂ ਦੀ ਜਿਸ ਤਰੀਕੇ ਨਾਲ ਉਮਰ ਬੀਤਦੀ ਜਾ ਰਹੀ ਹੈ, ਸਾਰਿਆਂ ਦਾ ਧਨੀ ਮਾਲਕ ਉਹ ਪਰਮੇਸ਼ਰ ਆਪ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਕਾਹੂ ਬਿਹਾਵੇ ਵੇਦ ਅਰਬਾਦ। ਕਿਸੇ ਦੀ ਉਮਰ ਬੀਤਦੀ ਹੈ, ਮਹਾਰਾਜ ਕਹਿੰਦੇ ਵੇਦ, ਵੇਦਾਂ ਨੂੰ ਪੜ੍ਹਦਿਆਂ, ਗਿਆਨ ਦੇ ਗ੍ਰੰਥਾਂ ਨੂੰ ਪੜ੍ਹਦਿਆਂ, ਆਰ ਬਾਦ, ਅਤੇ ਬਾਦ ਕਹੀਏ ਚਰਚਾ ਕਰਦਿਆਂ, ਬਾਦ ਝਗੜੇ ਕਰਦਿਆਂ, ਕਿਸੇ ਦੀ ਉਹ ਚਰਚਾ ਕਰਦਿਆਂ ਹੀ, ਝਗੜਾ ਕਰਦਿਆਂ ਹੀ, ਗੋਸ਼ਟੀ ਕਰਦਿਆਂ ਹੀ ਬੀਤ ਜਾਂਦੀ ਹੈ। ਕਾਹੂ ਬਿਹਾਵੇ ਰਸਨਾ ਸਾਧ, ਤੇ ਕਿਸੇ ਦੀ ਉਮਰ ਬੀਤਦੀ ਹੈ ਰਸਨਾ ਦੇ ਨਾਲ ਸਵਾਦ ਲੈਂਦਿਆਂ ਹੀ। ਸਾਰੀ ਉਮਰ ਜੀਭ ਦੇ ਸਵਾਦ ਹੀ ਨਹੀਂ ਪੂਰੇ ਹੁੰਦੇ, ਚਸਕੇ ਹੀ ਨਹੀਂ ਪੂਰੇ ਹੁੰਦੇ। ਖਾ ਖਾ ਕੇ ਭਾਵੇਂ ਰੋਗ ਲੱਗ ਜਾਣ, ਪਰ ਖਾਣਾ ਨਹੀਂ ਛੱਡਣਾ। ਬਿਮਾਰੀ ਭਾਵੇਂ ਲੱਗ ਜਾਵੇ, ਵੀ ਛੱਡਣਾ ਨਹੀਂ ਕੁਝ ਵੀ, ਕਿਤੋਂ ਵੀ ਛਕਣਾ ਛਕਾਉਣਾ। ਤਾਂ ਉਹ ਮਹਾਰਾਜ ਕਹਿੰਦੇ ਕਿਸੇ ਦੀ ਰਸਨਾ ਦੇ ਸਵਾਦ ਵਿੱਚ ਹੀ ਬੀਤ ਜਾਂਦੀ ਹੈ ਸਾਰੀ ਆਰਬਲਾ। ਰਸਨਾ ਨਾਲ ਸਵਾਦ ਚੱਖਦਿਆਂ ਚੱਖਦਿਆਂ ਹੀ। ਔਰ ਜੀਭ ਇਹ ਰਸਨਾ ਇਸ ਤਰ੍ਹਾਂ ਦੀ ਹੈ ਵੀ ਪੇਟ ਭਾਵੇਂ ਭਰਿਆ ਵੀ ਹੋਵੇ ਤੇ ਰਸਨਾ ਫਿਰ ਵੀ ਚਾਹੁੰਦੀ ਰਹਿੰਦੀ ਹੈ ਵੀ ਹੋਰ ਸਵਾਦ ਚੱਖ ਹੀ ਲਈਏ। ਬੰਦਾ ਰੱਜਿਆ ਵੀ ਖਾਈ ਜਾਂਦਾ। ਤਾਂ ਹੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵੀਸਰੇ, ਜਾਂ ਹਰ ਵਸੈ ਮਨ ਆਏ। ਜਦੋਂ ਪ੍ਰਭੂ ਹਰੀ ਵਾਹਿਗੁਰੂ ਦਾ ਨਾਮ ਰਸ ਪੱਲੇ ਪਿਆ ਤੇ ਫਿਰ
ਇਹ ਰਸਨਾ ਦੀ ਮਹਾਰਾਜ ਕਹਿੰਦੇ ਪਿਆਸ ਜਾਂਦੀ ਨਹੀਂ, ਤੇ ਇਹ ਰਸਨਾ ਇਹ ਲਲਚਾਉਂਦੀ ਰਹਿੰਦੀ ਹੈ। ਤਾਂ ਸਤਿਗੁਰੂ ਕਹਿੰਦੇ ਵੀ ਕਿਸੇ ਦੀ ਉਮਰ ਜਿਹੜੀ ਹੈ ਉਹ ਰਸਨਾ ਦੇ ਸਵਾਦ ਵਿੱਚ ਹੀ ਬੀਤ ਗਈ। ਜੀਵ ਦੇ ਸਵਾਦ ਹੀ ਨਾ ਪੂਰੇ ਹੋਏ, ਉਮਰ ਲੰਘ ਗਈ ਸਵਾਦ ਚੱਖਦਿਆਂ ਚੱਖਦਿਆਂ। ਤੇ ਸਵਾਦ ਕਈ ਤਰ੍ਹਾਂ ਦੇ ਪਦਾਰਥਾਂ ਦੇ ਸਵਾਦ ਵੀ ਆ, ਤੇ ਫਿਰ ਉਹ ਸਵਾਦ ਵੀ ਚੱਖਦਾ ਜਿਹੜੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਆ ਜਿਹੜਾ ਖਾਣਾ ਨਹੀਂ ਖਾਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲਹਿ ਵਿਕਾਰ। ਜਿਸ ਖਾਣੇ ਦੇ ਖਾਣ ਦੇ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦਾ, ਸਰੀਰ ਪੀੜਿਆ ਜਾਂਦਾ, ਉਹ ਖਾਣੇ ਵੀ, ਉਹ ਭੋਜਨ ਵੀ, ਉਹ ਕੁਝ ਵੀ ਖਾਂਦਾ ਬਣਾ ਬਣਾ ਕੇ, ਤੇ ਬੇਮਰਿਆਦਾ ਖਾਂਦਾ ਹੈ। ਜਿਵੇਂ ਭਗਤ ਜੀ ਨੇ ਆਖਿਆ, ਕਬੀਰ ਭਾਂਗ ਮਾਛਲੀ ਸੁਰਾ ਪਾਨ, ਉਹ ਕੁਝ ਵੀ ਖਾ ਲੈਂਦਾ ਹੈ। ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ, ਤੇ ਸਭੈ ਰਸਾਤਲ ਜਾਏ। ਪਰ ਰਸਨਾ ਦੇ ਸਵਾਦ ਵਾਸਤੇ, ਕੁਝ ਸਮੇਂ ਦੇ ਸਵਾਦ ਵਾਸਤੇ, ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਕਿਸੇ ਦੀ ਉਮਰ ਰਸਨਾ ਦੇ ਰਸ ਚੱਖਦਿਆਂ, ਰਸਨਾ ਦੇ ਸਵਾਦ ਦੇ ਵਿੱਚ ਹੀ ਗੁਜ਼ਰ ਜਾਂਦੀ ਹੈ। ਕਾਹੂ ਬਿਹਾਵੈ ਲਬਡ ਸੰਗ ਨਾਰੀ। ਤੇ ਕਿਸੇ ਦੀ ਉਮਰ ਬੀਤਦੀ ਜਾਂਦੀ ਹੈ ਨਾਰੀ ਦੇ ਨਾਲ ਹੀ ਲੰਪਟ ਹੋਇਆ, ਇਸਤਰੀ ਦੇ ਨਾਲ ਹੀ ਲੰਪਟ ਹੋਇਆ, ਇਸਤਰੀ ਦੀ ਪੁਰਸ਼ ਦੇ ਨਾਲ ਹੀ ਲੰਪਟ ਹੋਇਆ, ਖਚਤ ਹੋਇਆ। ਭਾਵ ਵਿਕਾਰ ਗ੍ਰਸਤ ਹੋ ਕਰਕੇ ਹੀ ਉਮਰ ਜਿਹੜੀ ਕਿਸੇ ਦੀ ਲੰਘ ਜਾਂਦੀ ਹੈ। ਸੰਤ ਰਚੇ ਕੇਵਲ ਨਾਮ ਮੁਰਾਰੀ। ਪਰ ਪ੍ਰਭੂ ਦੇ ਸੰਤ ਉਹ ਰਚੇ ਹੋਏ ਆ ਕੇਵਲ ਮੁਰਾਰੀ ਦੇ ਨਾਮ ਦੇ ਨਾਲ, ਉਹਨਾਂ ਦਾ ਪ੍ਰੇਮ ਬਣਿਆ ਹੋਇਆ ਹੈ। ਮੋਰਾਦਿਕ ਦੈਂਤਾਂ ਨੂੰ ਮਾਰਨ ਵਾਲਾ ਜੋ ਮੁਰਾਰੀ ਹੈ ਪਰਮੇਸ਼ਰ, ਮੁਰ ਹੰਕਾਰ ਨੂੰ ਮਾਰਨ ਵਾਲਾ ਮੁਰਾਰੀ ਜੋ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹ ਕੇਵਲ ਮੁਰਾਰੀ ਦੇ ਨਾਮ ਦੇ ਨਾਲ ਰਚੇ ਰਹਿੰਦੇ। ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਨਾਲ ਰਚੇ ਮਿਚੇ ਰਹਿੰਦੇ ਹਨ, ਲਿਵਲੀਨ ਰਹਿੰਦੇ ਹਨ। ਸੰਤਾਂ ਦੀ ਆਰਬਲਾ ਇਸ ਤਰ੍ਹਾਂ ਗੁਜ਼ਰਦੀ ਹੈ। ਕਾਹੂ ਬਿਹਾਵੈ ਖੇਲਤ ਜੂਆ। ਸਤਿਗੁਰੂ ਕਹਿੰਦੇ ਕਿਸੇ ਦੀ ਉਮਰ ਜੂਆ ਖੇਡਦਿਆਂ ਹੀ ਲੰਘ ਜਾਂਦੀ ਹੈ, ਜੁਆਰੀ ਬਣ ਕੇ। ਪਾਂਡਵਾਂ ਨੇ ਵੀ ਜੂਆ ਖੇਡਿਆ ਸੀ। ਜੂਏ ਦੇ ਵਿੱਚ ਜਿੱਥੇ ਹੋਰ ਸਭ ਕੁਝ ਹਾਰਿਆ ਸੀ, ਉੱਥੇ ਆਪਣੇ ਘਰ ਵਾਲੀ ਦ੍ਰੋਪਦੀ ਵੀ ਦੂਏ ਦੇ ਉੱਤੇ ਹੀ ਲਾ ਦਿੱਤੀ ਸੀ ਦਾਅ ਤੇ। ਤਾਂ ਹੀ ਦੁਰਯੋਧਨ ਉਹ ਦ੍ਰੋਪਦੀ ਨੂੰ ਦੁਸ਼ਾਸਨ ਨੂੰ ਆਖਿਆ, ਤੇ ਦੁਸ਼ਾਸਨ ਜਿਹੜਾ ਸੀ ਦ੍ਰੋਪਦੀ ਨੂੰ ਸਭਾ ਵਿੱਚ ਲੈ ਕਰਕੇ ਆਇਆ ਤੇ ਬਸਤਰਹੀਣ ਕਰਨ ਲੱਗੇ ਸੀ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਦ੍ਰੋਪਦੀ ਨੇ ਪ੍ਰਭੂ ਨੂੰ ਅਰਾਧਿਆ, ਤੇ ਉਹਦੀ ਲਾਜ ਪੱਤ ਰੱਖੀ ਪਰਮੇਸ਼ਰ ਨੇ ਸਭਾ ਦੇ ਵਿੱਚ, ਜਿਹਦਾ ਜ਼ਿਕਰ ਭੱਟਾ ਨੇ ਸਵਈਆਂ ਵਿੱਚ ਵੀ ਕੀਤਾ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕ ਸਫਾਰੇ ਕਰ ਆਜ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਉਹ ਬਸਤਰ ਲਾ ਰਹੇ ਸੀ, ਪਰ ਪ੍ਰਭੂ ਨੇ ਲਾਜਪਤ ਰੱਖੀ। ਬਹੁਤੇ ਬਸਤਰ ਸਾਜ ਦਿੱਤੇ, ਲਾਉਂਦੇ ਲਾਉਂਦੇ ਥੱਕ ਗਏ, ਪਰ ਬਸਤਰ ਲਾ ਨਾ ਸਕੇ। ਲਾਜ ਰੱਖਣ ਵਾਲੇ ਨੇ ਲਾਜ ਰੱਖੀ, ਜੋ ਸਾਰੇ ਯੁੱਗਾਂ ਵਿੱਚ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਹਰ ਯੁੱਗ ਯੁੱਗ ਭਗਤੇ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਪਰ ਪਾਂਡਵਾਂ ਨੇ ਜੂਆ ਖੇਡਿਆ ਸੀ, ਤੇ ਜੂਏ ਦੇ ਵਿੱਚ ਆਪਣੀ ਘਰਵਾਲੀ ਨੂੰ ਹਾਰ ਦਿੱਤਾ ਸੀ। ਇਸੇ ਤਰ੍ਹਾਂ ਮਹਾਰਾਜ ਸਾਹਿਬ ਕਹਿੰਦੇ ਵੀ ਕਈ ਜੂਆ ਹੀ ਖੇਡੀ ਜਾਂਦੇ ਆਪਣੀ ਸਾਰੀ ਉਮਰ ਦੇ ਵਿੱਚ। ਕਿਸੇ ਦੀ ਜਿਹੜੀ ਸਾਰੀ ਆਰਬਲਾ ਉਹ ਜੂਆ ਖੇਡਦਿਆਂ ਹੀ ਬੀਤ ਜਾਂਦੀ ਹੈ। ਕਾਹੂ ਬਿਹਾਵੈ ਅਮਲੀ ਹੁਆ। ਤੇ ਕਿਸੇ ਦੀ ਉਮਰ ਬੀਤ ਜਾਂਦੀ ਅਮਲੀ ਹੋ ਕੇ, ਉਹ ਤਰ੍ਹਾਂ ਤਰ੍ਹਾਂ ਦੇ ਅਮਲੀ ਛਕੀ ਜਾਂਦਾ, ਕਈ ਤਰ੍ਹਾਂ ਦੇ ਅਮਲ, ਪੋਸਤ, ਫੀਮਾ, ਸ਼ਰਾਬ ਤੇ ਹੋਰ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਅਮਲ ਅੱਜ ਕੱਲ ਤੇ ਕੋਈ ਗਿਣ ਹੀ ਨਹੀਂ ਸਕਦਾ। ਕਿੰਨੇ ਤਰ੍ਹਾਂ ਦੇ ਚਿੱਟੇ ਬਣ ਗਏ ਤੇ ਕਿੰਨੇ ਤਰ੍ਹਾਂ ਦੇ ਕਾਲੇ ਬਣ ਗਏ।
ਕੋਈ ਅਮਲੀ ਹੋ ਕਰਕੇ ਹੀ ਮਹਾਰਾਜ ਕਹਿੰਦੇ ਆਪਣੀ ਉਮਰ ਜਿਹੜੀ ਉਹ ਬਤੀਤ ਕਰ ਰਿਹਾ ਹੈ। ਕਾਹੂ ਬਿਹਾਵੈ ਅਮਲੀ ਹੁਆ, ਅਮਲੀ ਹੋ ਕਰਕੇ। ਪਰ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਹਰੇਕ ਪ੍ਰਕਾਰ ਦੇ ਅਮਲ ਤੋਂ ਰਹਿਤ ਕੀਤਾ ਹੈ ਆਪਣੇ ਗੁਰਸਿੱਖਾਂ ਨੂੰ। ਗਰੀਬ ਨਿਵਾਜ ਸਾਹਿਬ ਜੀ ਦੀ ਆਗਿਆ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਅਮਲ ਜਿਹੜਾ ਹੈ ਇਹ ਨਹੀਂ ਕਰਨਾ ਹੈ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਕਿਸੇ ਦੀ ਆਰਬਲਾ ਅਮਲੀ ਹੋ ਕਰਕੇ ਬੀਤਦੀ ਜਾ ਰਹੀ ਹੈ। ਸੌਦਾ ਲਿਆਉਣ ਵਾਸਤੇ ਭਾਵੇਂ ਪੈਸੇ ਹੋਣ ਚਾਹੇ ਨਾ ਹੋਣ, ਬੱਚਿਆਂ ਦੀ ਫੀਸ ਤਾਰਨ ਵਾਸਤੇ ਭਾਵੇਂ ਨਾ ਹੋਣ, ਪਰ ਉਹਨੂੰ ਅਮਲ ਜ਼ਰੂਰ ਚਾਹੀਦਾ ਹੈ। ਉਹਨੇ ਅਮਲ ਜ਼ਰੂਰ ਖਾਣਾ ਹੈ। ਤੇ ਕਿੰਨਾ ਦੁਖੀ ਰਹਿੰਦਾ ਹੈ ਜਿਸ ਵੇਲੇ ਅਮਲ ਨਾ ਮਿਲੇ, ਤੇ ਫਿਰ ਕਿੰਨਾ ਤੰਗ ਹੁੰਦਾ ਹੈ। ਤੇ ਫਿਰ ਚੋਰੀਆਂ ਵੀ ਕਰਦਾ ਹੈ, ਠੱਗੀਆਂ ਵੀ ਮਾਰਦਾ ਹੈ, ਕਈ ਤਰ੍ਹਾਂ ਦੇ ਡਾਕੇ ਵੀ ਮਾਰਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਾਹੂ ਬਿਹਾਵੈ ਅਮਲੀ ਹੁਆ, ਕਿਸੇ ਦੀ ਉਮਰ ਜਿਹੜੀ ਉਹ ਅਮਲੀ ਹੋ ਕਰਕੇ ਬੀਤਦੀ ਜਾ ਰਹੀ ਹੈ। ਕਾਹੂ ਬਿਹਾਵੈ ਪਰ ਦਰਬ ਚੁਰਾਏ, ਤੇ ਕਿਸੇ ਦੀ ਉਮਰ ਬੀਤਦੀ ਉਹ ਪਰਾਇਆ ਧਨ ਹੀ ਚੋਰੀ ਕਰਦਾ ਰਹਿੰਦਾ ਹੈ। ਕਦੀ ਕਿਸੇ ਦੀ ਚੋਰੀ ਕਰ ਲਈ, ਕਦੀ ਕਿਸੇ ਦੀ ਚੋਰੀ ਕਰ ਲਈ ਕਿਸੇ ਦੀ। ਇਸ ਤਰ੍ਹਾਂ ਕਿਸੇ ਦੀ ਉਮਰ ਪਰਾਏ ਧਨ ਨੂੰ ਚੁਰਾਉਣ ਵਿੱਚ, ਚੋਰੀਆਂ ਕਰਨ ਵਿੱਚ ਹੀ ਗੁਜ਼ਰਦੀ ਹੈ। ਹਰ ਜਨ ਬਿਹਾਵੈ ਨਾਮ ਧਿਆਏ, ਤੇ ਹਰੀ ਦੇ ਜਨਾਂ ਦੀ, ਵਾਹਿਗੁਰੂ ਦੇ ਸੇਵਕਾਂ ਦੀ ਉਮਰ ਬੀਤਦੀ ਹੈ ਪ੍ਰਭੂ ਦੇ ਨਾਮ ਧਿਆਉਂਦਿਆਂ। ਉਹਨਾਂ ਦੀ ਉਮਰ ਸਰੀਰ ਕਾਰਬਲਾ ਸਫਲੀ ਹੈ। ਕਾਹੂ ਬਿਹਾਵੈ ਜੋਗ ਤਪ ਪੂਜਾ, ਕਿਸੇ ਦੀ ਮਹਾਰਾਜ ਕਹਿੰਦੇ ਭਾਈ ਉਮਰ ਬੀਤਦੀ ਹੈ ਜੋਗਾ ਅਭਿਆਸ ਕਰਦੇ ਆ, ਕਿਸੇ ਦੀ ਤਰ੍ਹਾਂ ਤਰ੍ਹਾਂ ਦੇ ਤਪ ਕਰਦੇ ਆ, ਹੱਠ ਤਪ ਕਰਦੇ ਆ, ਕਿਸੇ ਦੀ ਕਈ ਪ੍ਰਕਾਰ ਦੀ ਪੂਜਾ ਕਰਦੇ ਆ, ਬੀਤਦੀ ਹੈ। ਕਾਹੂ ਰੋਗ ਸੋਗ ਪਰਮੀਜਾ, ਤੇ ਕਿਸੇ ਦੀ ਉਮਰ ਰੋਗਾਂ ਦੇ ਵਿੱਚ ਹੀ, ਸੋਗ ਚਿੰਤਾ ਦੇ ਵਿੱਚ ਹੀ, ਭਰਮੀਜਾ ਭਰਮਦਿਆਂ ਹੋਇਆਂ, ਭਟਕਦਿਆਂ ਹੋਇਆਂ ਬੀਤ ਜਾਂਦੀ ਹੈ। ਰੋਗੀ ਬਣ ਕੇ, ਸੋਗੀ ਬਣ ਕੇ, ਚਿੰਤਾ ਦੇ ਸਹਿਤ ਹੋ ਕਰਕੇ ਹੀ ਸਾਰੀ ਉਮਰ ਰੋਗ ਸੋਗ ਵਿੱਚ ਭਰਮਦਿਆਂ ਭਟਕਦਿਆਂ ਹੀ ਗੁਜ਼ਰ ਜਾਂਦੀ ਹੈ। ਕਾਹੂ ਪਵਨ ਧਾਰ ਜਾਤ ਬਿਹਾਏ, ਤੇ ਕਿਸੇ ਦੀ ਸਾਰੀ ਉਮਰ ਜਿਹੜੀ ਹੈ ਉਹ ਪਵਨ ਹਵਾ ਨੂੰ ਧਾਰਨ ਕਰਦਿਆਂ ਹੀ ਬਿਹਾ ਜਾਂਦੀ ਹੈ। ਜਾਤ ਬਿਹਾਏ ਭਾਵ ਸਵਾਸਾਂ ਦੀ ਕਿਰਿਆ ਕਰਦਿਆਂ ਹੀ, ਨੇਤੀ ਧੋਤੀ ਕਰਦਿਆਂ ਹੀ, ਸਵਾਸ ਨੂੰ ਚੜਾਉਂਦਿਆਂ, ਦਸਮ ਦਵਾਰ ਵਿੱਚ ਟਿਕਾਉਂਦਿਆਂ, ਇਸ ਤਰ੍ਹਾਂ ਇਹ ਹੱਠ ਜੋਗ ਕਰਦੇ ਹੀ ਕਿਸੇ ਦੀ ਉਮਰ ਬੀਤ ਜਾਂਦੀ ਹੈ। ਸੰਤ ਬਿਹਾਵੈ ਕੀਰਤਨ ਗਾਏ, ਪਰ ਸੰਤਾਂ ਦੀ ਉਮਰ ਬੀਤਦੀ ਹੈ ਵਾਹਿਗੁਰੂ ਦਾ ਕੀਰਤਨ ਗਾਉਂਦਿਆਂ। ਉਹ ਪ੍ਰਭੂ ਦਾ ਕੀਰਤਨ ਕਰਦੇ ਰਹਿੰਦੇ ਹਰ ਵੇਲੇ। ਕਾਹੂ ਬਿਹਾਵੈ ਦਿਨ ਰਹਿਣ ਚਾਲਤ, ਕਿਸੇ ਦੀ ਆਰਬਲਾ ਮਹਾਰਾਜ ਕਹਿੰਦੇ ਬੀਤਦੀ ਹੈ ਦਿਨੇ ਰਾਤ ਚੱਲਦਿਆਂ ਹੋਇਆ, ਨਾ ਦਿਨੇ ਖਲੋਣਾ ਤੇ ਨਾ ਰਾਤ ਨੂੰ ਖਲੋਣਾ। ਦਿਨੇ ਵੀ ਸਾਰਾ ਦਿਨ ਸਫ਼ਰ ਦੇ ਵਿੱਚ, ਰਾਤ ਵੀ ਸਾਰਾ ਦਿਨ ਸਫ਼ਰ ਦੇ ਵਿੱਚ। ਕਿਸੇ ਦੀ ਦਿਨੇ ਰਾਤ ਚੱਲਦਿਆਂ ਹੀ ਉਮਰ ਬੀਤਦੀ ਹੈ। ਕਦੀ ਕਿਸੇ ਇਲਾਕੇ 'ਚ, ਕਦੀ ਕਿਸੇ ਇਲਾਕੇ ਵਿੱਚ, ਕਦੀ ਕਿਸੇ ਦੇਸ਼ ਵਿੱਚ, ਕਦੀ ਕਿਸੇ ਦੇਸ਼ ਵਿੱਚ, ਦਿਨੇ ਰਾਤ ਸਫ਼ਰ ਦੇ ਵਿੱਚ ਹੀ ਕਿਸੇ ਦੀ ਗੁਜ਼ਰਦੀ ਜਾਂਦੀ ਹੈ। ਕਾਹੂ ਬਿਹਾਵੈ ਸੋ ਪਿੜ ਮਾਲਤ, ਤੇ ਕਿਸੇ ਦੀ ਉਮਰ ਬੀਤਦੀ ਹੈ ਸੋ ਪੇੜ ਮਾਲਤ, ਉਹ ਜਿੱਥੇ ਬੈਠਾ ਹੋਇਆ ਉਸ ਪੇੜ ਨੂੰ ਮੱਲਦਿਆਂ, ਭਾਵ ਇੱਕੇ ਥਾਂ ਦੇ ਉੱਤੇ ਬੈਠਿਆਂ ਹੀ ਇੱਕੋ ਪੇੜ ਮੱਲ ਕੇ ਹੀ ਬੈਠਾ ਰਹਿੰਦਾ ਹੈ ਕੋਈ ਆਪਣੇ ਟਿਕਾਣੇ ਤੇ, ਆਪਣੇ ਅਸਥਾਨ ਤੇ, ਤੇ ਉੱਥੇ ਹੀ ਸਾਰੀ ਦੀ ਸਾਰੀ ਉਮਰ ਕੋਈ ਬਤੀਤ ਕਰ ਜਾਂਦਾ ਹੈ। ਕਿਸੇ ਦੀ ਇਸ ਤਰ੍ਹਾਂ ਬੀਤਦੀ ਹੈ। ਕਾਹੂ ਬਿਹਾਵੈ ਜੀਆ ਇਹ ਹਿਰਤੇ, ਵੇਖੋ ਫੇਰ ਵਾਹ ਪੰਕਤੀਆਂ ਰਹਿ ਗਈਆਂ। ਕਾਹੂ ਬਿਹਾਵੈ ਬਾਲ ਪੜਾਵਤ, ਹਾਂਜੀ, ਕਿਸੇ ਦੀ ਉਮਰ ਬੀਤਦੀ ਹੈ ਬਾਲ ਬੱਚਿਆਂ ਨੂੰ ਪੜਾਉਂਦੇ ਆ। ਮਹਾਰਾਜ ਕਹਿੰਦੇ ਕਿਸੇ ਦੀ ਸਾਰੀ ਉਮਰ ਬੱਚਿਆਂ ਨੂੰ ਪੜਾਉਂਦਿਆਂ ਹੀ ਗੁਜ਼ਰ ਜਾਂਦੀ ਹੈ। ਤੇ ਅੱਜ ਕੱਲ ਦਾ ਸਮਾਂ ਜਿਸ ਤਰ੍ਹਾਂ ਦਾ ਹੈ ਤਾਂ ਪਿਛਲੇ ਸਮੇਂ ਵਿੱਚ ਵੀ ਮਾਤਾ ਪਿਤਾ ਇਸੇ ਤਰੀਕੇ ਦੇ ਨਾਲ ਹੀ ਆਪਣੇ ਬਾਲਕਾਂ ਨੂੰ, ਆਪਣੇ ਬੱਚਿਆਂ ਨੂੰ ਪੜਾਉਂਦੇ ਸੀ। ਪਰ ਹੁਣ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਮਹਿੰਗਾਈ ਦਾ ਯੁੱਗ ਹੈ
ਤੇ ਹਰ ਇੱਕ ਪਰਿਵਾਰ ਉਹ ਕਹਿੰਦਾ ਹੈ ਕਿ ਬੱਚੇ ਪੜ੍ਹ ਲਿਖ ਜਾਣ, ਵੱਧ ਤੋਂ ਵੱਧ ਪੜ੍ਹਨ ਚਾਹੀਦਾ ਵੀ ਹੈ। ਪੜ੍ਹਾਈ ਜਿਹੜੀ ਹੈ ਸੰਸਾਰ ਦੇ ਵਿੱਚ ਪੜ੍ਹਾਈ ਦੀ ਕਦਰ ਕੀਮਤ ਹੈ। ਵਿਦਿਆ ਦਾ ਬਹੁਤ ਮਾਣ ਸਨਮਾਨ ਹੈ। ਬਹੁ ਗੁਣੀ ਅਲਾਵ ਹੈ, ਸੁਤ ਨਾ ਪੜ੍ਹਾਵ ਹੈ, ਸੋ ਸ਼ਤਰੂ ਸਮਤਾਤ। ਸ਼ੋਭਾ ਨਹਿ ਪਾਵੈ ਮਤ ਨਹਿ ਆਵੈ, ਜਗ ਮੈਂ ਇਹ ਬਖਿਆਤ। ਕਹਿੰਦੇ ਸਿਆਣੇ ਲੋਕਾਂ ਦਾ ਇਹ ਕਥਨ ਹੈ ਵੀ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ, ਉਹ ਆਪਣੇ ਬੱਚਿਆਂ ਦੇ ਵੱਡੇ ਦੁਸ਼ਮਣ ਹਨ। ਉਹਨਾਂ ਤੋਂ ਵੱਡਾ ਉਹਨਾਂ ਬੱਚਿਆਂ ਦਾ ਹੋਰ ਕੋਈ ਦੁਸ਼ਮਣ ਹੀ ਨਹੀਂ ਹੈ। ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ, ਪਰ ਮਹਾਰਾਜ ਕਹਿੰਦੇ ਕਈਆਂ ਦੀ ਤੇ ਉਮਰ ਹੀ ਆਪਣੇ ਬਾਲ ਪੜ੍ਹਾਉਂਦਿਆਂ ਹੀ ਲੰਘ ਜਾਂਦੀ ਹੈ, ਕਿਉਂਕਿ ਜ਼ਿੰਦਗੀ ਦਾ ਕਿੰਨਾ ਵੱਡਾ ਹਿੱਸਾ ਜਿਹੜਾ ਉਹ ਪੜ੍ਹਦਿਆਂ ਪੜ੍ਹਾਉਂਦਿਆਂ ਹੀ ਲੰਘ ਜਾਂਦਾ ਹੈ। ਪਰ ਇਹਦੇ ਨਾਲ ਨਾਲ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਇਹ ਵੀ ਹੁਕਮ ਕੀਤਾ ਹੈ, ਜਿੱਥੇ ਸੰਸਾਰੀ ਵਿਦਿਆ ਪੜ੍ਹਨੀ ਹੈ, ਗੁਰਸਿੱਖ ਹਰ ਤਰ੍ਹਾਂ ਦੀ ਵਿਦਿਆ ਪੜ੍ਹੇ, ਮਨਾਹੀ ਕੋਈ ਨਹੀਂ ਹੈ, ਵੱਧ ਤੋਂ ਵੱਧ ਪੜ੍ਹੇ। ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਗੁਰਸਿੱਖ ਗੁਰੂ ਕੇ ਸਿੰਘ ਗੁਰੂ ਕੀ ਬਾਣੀ ਦੀ ਸੰਥਿਆ ਕਰਦੇ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਿੰਨੇ ਕਿੰਨੇ ਸਿੰਘਾਂ ਦੀ ਸੇਵਾ ਲਾਈ ਹੁੰਦੀ ਸੀ ਕਲਗੀਧਰ ਪਾਤਸ਼ਾਹ ਨੇ ਪੜ੍ਹਾਉਣ ਦੀ। ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਪੜ੍ਹਾਇਆ ਕਰਦੇ ਸਨ। ਉੱਥੇ ਗੁਰੂ ਕੀ ਬਾਣੀ ਦੇ ਨਾਲ ਦਸਮ ਮਹਾਰਾਜ ਸਾਹਿਬ ਜੀ ਦੀ ਬਾਣੀ ਪੜ੍ਹਦੇ ਸਨ, ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਪੜ੍ਹਦੇ ਸਨ, ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਗੁਰਸਿੱਖ ਪੜ੍ਹਦੇ ਸਨ। ਤੇ ਗੁਰਮੁਖੀ ਦੇ ਨਾਲ ਨਾਲ ਹੋਰ ਅਨੇਕਾਂ ਭਾਸ਼ਾਵਾਂ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੜ੍ਹਾਈਆਂ ਜਾਂਦੀਆਂ ਸੀ। ਅਰਬੀ, ਫਾਰਸੀ, ਸੰਸਕ੍ਰਿਤ, ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਸਿੰਘ ਪੜ੍ਹਿਆ ਕਰਦੇ ਸਨ। ਜਿੱਥੇ ਸੰਸਾਰੀ ਵਿਦਿਆ ਪੜ੍ਹਨੀ ਹੈ ਤੇ ਪੜ੍ਹਾਉਣੀ ਆਪਣੇ ਬੱਚਿਆਂ ਨੂੰ, ਉੱਥੇ ਨਿਰੰਕਾਰੀ ਵਿਦਿਆ ਵੀ ਪੜ੍ਹਨੀ ਪੜ੍ਹਾਉਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਨੇ ਸੰਸਾਰੀ ਵਿਦਿਆ ਵੀ ਪੜ੍ਹਵਾਈ ਆ ਆਪਣੇ ਸਿੰਘਾਂ ਨੂੰ, ਪਰ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਪੜ੍ਹਾਈ ਹੈ, ਗੁਰੂ ਘਰ ਦਾ ਇਤਿਹਾਸ ਪੜ੍ਹਾਇਆ ਹੈ। ਤੇ ਕਿੰਨਾ ਕਿੰਨਾ ਖਰਚਾ ਅੱਜ ਕੱਲ ਸਾਰੇ ਪਰਿਵਾਰ ਆਪਣੇ ਬੱਚਿਆਂ ਉੱਤੇ ਕਰਦੇ ਆ। ਇੱਕ ਇੱਕ ਮਹੀਨੇ ਦੇ ਕਿੰਨੇ ਕਿੰਨੇ ਹਜ਼ਾਰ ਰੁਪਏ ਜਿਹੜੇ ਆ ਉਹ ਸਕੂਲਾਂ ਵਿੱਚ ਫੀਸ ਭਰਨੀ ਪੈਂਦੀ ਆ, ਬਾਅਦ ਵਿੱਚ ਟਿਊਸ਼ਨ ਤੇ ਫੀਸ ਭਰਨੀ ਪੈਂਦੀ ਆ। ਪੜ੍ਹਾਉਣਾ ਵੀ ਚਾਹੀਦਾ ਹੈ, ਖਰਚਾ ਕਰਨਾ ਵੀ ਚਾਹੀਦਾ, ਇਹ ਨਹੀਂ ਵੀ ਨਹੀਂ ਕਰਨਾ ਚਾਹੀਦਾ। ਪਰ ਕੋਈ ਵਿਰਲਾ ਹੀ ਪਰਿਵਾਰ ਆ ਨਾ ਜਿਹਦੇ ਮਨ ਵਿੱਚ ਇਹ ਖਿਆਲ ਹੋਵੇ ਵੀ ਮੇਰੇ ਬੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਵੀ ਕਰ ਲੈਣ, ਗੁਰੂ ਕੀ ਬਾਣੀ ਵੀ ਪੜ੍ਹ ਲੈਣ। ਜਿੰਨਾ ਸੰਸਾਰੀ ਪੜ੍ਹਾਈ ਪੜ੍ਹਾਉਣ ਤੇ ਬੱਚਿਆਂ ਤੇ ਜ਼ੋਰ ਮਾਪਿਆਂ ਦਾ ਲੱਗਦਾ, ਉਹਦੇ ਨਾਲੋਂ 5% ਵੀ 100 ਦੇ ਵਿੱਚੋਂ 5% ਵੀ ਗੁਰਬਾਣੀ ਪੜ੍ਹਾਉਣ ਵਾਲੇ ਪਾਸੇ ਕੋਈ ਜ਼ੋਰ ਨਹੀਂ ਲਾਉਂਦਾ, ਕਿਸੇ ਨਾਲ ਨਹੀਂ ਲੱਗਦਾ। ਇਤਿਹਾਸਕ ਦਿਹਾੜਿਆਂ ਉੱਤੇ ਵੀ ਗੁਰਦੁਆਰਿਆਂ ਉੱਤੇ ਬਜ਼ੁਰਗ ਤੇ ਮਾਈ ਭਾਈ ਆਉਣਗੇ, ਨੌਜਵਾਨ ਵੀ ਘੱਟ ਆਉਂਦੇ ਆ ਤੇ ਬੱਚੇ ਵੀ ਘੱਟ ਆਉਂਦੇ ਆ। ਇਸ ਕਰਕੇ ਇੱਕ ਤਾਂ ਆਪਣੇ ਬੱਚਿਆਂ ਨੂੰ ਗੁਰੂ ਦਰਬਾਰ ਵਿੱਚ ਲੈ ਕੇ ਆਉਣਾ ਚਾਹੀਦਾ ਹੈ, ਤੇ ਦੂਜਾ ਹਰੇਕ ਪਰਿਵਾਰ ਨੂੰ ਆਪ ਜਿਵੇਂ ਸਕੂਲ ਦੀ ਪੜ੍ਹਾਈ ਕਰਾਉਣ ਵਾਸਤੇ ਬੱਚਿਆਂ ਦੇ ਉੱਤੇ 25-30 ਸਾਲ ਦਾ ਸਮਾਂ ਲਾ ਕੇ ਕਿੰਨੀਆਂ ਫੀਸਾਂ ਤਾਰ ਕੇ ਤੇ ਫਿਰ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਤੇ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਨਸ਼ਿਆਂ ਤੋਂ ਮੁਕਤ ਹੋਣ, ਸਾਡੇ ਬੱਚੇ ਸਾਬਤ ਸੂਰਤ ਹੋਣ, ਸਾਡੇ ਬੱਚੇ ਅੰਮ੍ਰਿਤਧਾਰੀ ਹੋਣ, ਗੁਰਸਿੱਖੀ ਵਿੱਚ ਤਿਆਰ ਬਰ ਤਿਆਰ ਹੋਣ, ਤੇ ਫਿਰ ਉਹਨਾਂ ਨੂੰ ਸਾਨੂੰ ਗੁਰਬਾਣੀ ਪੜ੍ਹਾਉਣੀ ਪਵੇ। ਉਹ ਗੁਰਬਾਣੀ ਪੜ੍ਹਨ ਤੇ ਗੁਰਬਾਣੀ ਪੜ੍ਹਾਉਣ ਵਾਸਤੇ ਸਾਨੂੰ ਯਤਨ ਕਰਨੇ ਪੈਣਗੇ। ਤੇ ਵੱਧ ਤੋਂ ਵੱਧ ਯਤਨ ਜਿਹੜਾ ਹੈ ਉਹ ਮਾਪੇ ਆਪ ਕਰ ਸਕਦੇ। ਜੇ ਮਾਂ ਪਿਓ ਆਪ ਸੋਚਣ ਵਿਚਾਰਨ ਵੀ ਅਸੀਂ ਆਪਣੇ ਬੱਚਿਆਂ ਨੂੰ ਜਿਵੇਂ ਸਕੂਲੀ ਵਿਦਿਆ ਪੜ੍ਹਾ ਰਹੇ ਹਾਂ, ਇਸੇ ਤਰੀਕੇ ਨਾਲ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਵੀ ਕਰਾਉਣੀ ਹੈ, ਤੇ ਫਿਰ ਤਾਂ ਮਸਲਾ ਹੱਲ ਹੋ ਸਕਦਾ ਹੈ। ਤੇ ਜਦੋਂ ਮਾਪਿਆਂ ਦੇ ਚਿੱਤ ਖਿਆਲ ਵਿੱਚ ਹੀ ਕੋਈ ਖਿਆਲ ਨਹੀਂ ਵੀ ਇਹ ਤੇ ਸੰਸਾਰੀ ਵਿਦਿਆ ਪੜ੍ਹਨੀ ਚਾਹੀਦੀ ਹੈ, ਇਹ ਪੜ੍ਹ ਕਰਕੇ ਤੇ ਵਿਦੇਸ਼ ਵਿੱਚ ਬੱਚੇ ਚਲੇ ਜਾਣਗੇ, ਕਿਸੇ ਨੌਕਰੀ ਤੇ ਲੱਗ ਜਾਣਗੇ, ਗੁਰਬਾਣੀ ਤੇ ਕੀ ਲੋੜ ਹੈ ਪੜ੍ਹਨ ਦੀ। ਪਰ ਗੁਰੂ ਕੇ ਸਿੱਖਾਂ ਨੂੰ ਪਹਿਲਾਂ ਵਿਚਾਰ ਕਰਨੀ ਚਾਹੀਦੀ ਵੀ ਸਾਡੇ ਬੱਚੇ ਗੁਰਬਾਣੀ ਪੜ੍ਹਨ। ਮਹਾਰਾਜ ਕਹਿੰਦੇ ਭਾਈ ਕਿਸੇ ਦੀ ਉਮਰ ਜਿਹੜੀ ਹੈ ਉਹ ਆਪਣੇ ਬੱਚਿਆਂ ਨੂੰ ਸੰਸਾਰੀ ਵਿਦਿਆ ਪੜ੍ਹਾਉਂਦਿਆਂ ਹੀ ਲੰਘ ਜਾਂਦੀ ਹੈ। ਸੰਤ ਬਿਹਾਵੈ ਹਰਿ ਜਸ ਗਾਵਤ, ਪਰ ਸੰਤਾਂ ਦੀ ਉਮਰ ਬੀਤਦੀ ਹੈ ਹਰੀ ਦੇ ਜਸ ਗਾਉਂਦਿਆਂ।
ਇਸ ਕਰਕੇ ਵਾਰ-ਵਾਰ ਮਹਾਰਾਜ ਸਾਹਿਬ ਜੀ ਹਰੇਕ ਪਦੇ ਦੇ ਅਖੀਰ ਤੇ ਬਚਨ ਕਹਿ ਰਹੇ ਆ ਵੀ ਪ੍ਰਭੂ ਦੇ ਪਿਆਰੇ ਸੰਤਾਂ ਦੀ ਉਮਰ ਕੀਰਤਨ ਕਰਦਿਆਂ ਬੀਤਦੀ ਹੈ, ਉਹਨਾਂ ਦੀ ਉਮਰ ਨਾਮ ਧਿਆਉਂਦਿਆਂ ਬੀਤਦੀ ਹੈ, ਵਾਹਿਗੁਰੂ ਦਾ ਜਸ ਕਰਦਿਆਂ ਬੀਤਦੀ ਹੈ। ਇਹਦਾ ਭਾਵ ਇਹ ਹੈ ਵੀ ਸੰਸਾਰੀ ਜੋ ਵੀ ਕੰਮ ਕਰਨਾ ਹੈ ਉਹ ਵੀ ਕੀਤਾ ਜਾਵੇ। ਜਿਸ ਖਿੱਤੇ ਵਿੱਚ ਕੋਈ ਹੈ ਜੀਵ ਉਹ ਆਪਣੀ ਕਿਰਤ ਕਰੇ, ਪਰ ਨਾਲ ਨਾਲ ਉਹ ਪਰਮੇਸ਼ਰ ਦਾ ਜਸ ਵੀ ਗਾਵੇ, ਪ੍ਰਭੂ ਦੀ ਬੰਦਗੀ ਵੀ ਕਰੇ। ਸਤਿਗੁਰੂ ਕਹਿੰਦੇ ਸੰਤਾਂ ਦੀ ਉਮਰ ਬੀਤਦੀ ਹੈ ਹਰੀ ਦਾ ਜਸ ਗਾਉਂਦਿਆਂ। ਕਾਹੂ ਬਿਹਾਵੇ ਨਟ ਨਾਟਕ ਨਿਰਤੇ। ਕਿਸੇ ਦੀ ਉਮਰ ਬੀਤਦੀ ਹੈ ਨਟ ਬਣ ਕੇ ਨਾਟਕ ਕਰਦਿਆਂ, ਨਿਰਤੇ ਨਾਚ ਕਰਦਿਆਂ। ਕੋਈ ਨਾਟਕ ਹੀ ਕਰਦਾ ਰਹਿੰਦਾ ਸਾਰੀ ਜ਼ਿੰਦਗੀ ਵਿੱਚ, ਕੋਈ ਨਾਚ ਹੀ ਕਰਦਾ ਰਹਿੰਦਾ ਸਾਰੀ ਜ਼ਿੰਦਗੀ ਵਿੱਚ, ਤੇ ਕੋਈ ਨਟਾਂ ਦਾ ਕੀਤਾ ਹੋਇਆ ਨਾਟਕ ਤੇ ਨਾਚਿਆਂ ਦਾ ਕੀਤਾ ਹੋਇਆ ਨਾਚ ਵੇਖਦਿਆਂ ਹੀ ਕਿਸੇ ਦੀ ਉਮਰ ਬੀਤ ਜਾਂਦੀ ਹੈ। ਸਾਰੀ ਉਮਰ ਨਾਟਕ ਹੀ ਵੇਖਦਾ ਰਹਿੰਦਾ ਹੈ, ਸਾਰੀ ਉਮਰ ਨਾਚ ਹੀ ਵੇਖਦਾ ਰਹਿੰਦਾ ਹੈ। ਤੇ ਕਿਸੇ ਦਾ ਇਸ ਤਰ੍ਹਾਂ ਨਾਟਕ ਤੇ ਨਾਚ ਕਰਦਿਆਂ ਬੀਤਦੀ ਹੈ, ਕਿਸੇ ਦੀ ਵੇਖਦਿਆਂ ਬੀਤਦੀ ਹੈ। ਕਾਹੂ ਬਿਹਾਵੇ ਜੀਆਂ ਇਹ ਹਿਰਤੇ। ਤੇ ਕਿਸੇ ਦੀ ਉਮਰ ਬੀਤਦੀ ਹੈ ਕਿ ਦੂਸਰੇ ਜੀਵਾਂ ਨੂੰ ਹਿਰਤੇ ਮਾਰਦਿਆਂ ਹੋਇਆਂ ਹੀ, ਕੋਈ ਦੂਸਰਿਆਂ ਨੂੰ ਮਾਰੀ ਹੀ ਜਾਂਦਾ ਹੈ। ਦੂਸਰਿਆਂ ਜੀਵਾਂ ਦਾ ਧਨ ਪਦਾਰਥ ਜਿਹੜਾ ਉਹ ਹਿਰਤੇ ਚੁਰਾਈ ਜਾਂਦਾ ਹੈ ਤੇ ਦੂਸਰਿਆਂ ਨੂੰ ਖਤਮ ਕਰਦਾ ਹੈ। ਜੀ ਘਾਤ ਕਰਦਿਆਂ ਹੀ ਕਈਆਂ ਦੀ ਉਮਰ ਬੀਤ ਜਾਂਦੀ ਹੈ। ਕਾਹੂ ਬਿਹਾਵੇ ਰਾਜ ਮਹਿ ਡਰਤੇ। ਤੇ ਕਿਸੇ ਦੀ ਮਾਰੇ ਕਹਿੰਦੇ ਬੀਤਦੀ ਹੈ ਰਾਜ ਦਰਬਾਰ ਦੇ ਵਿੱਚ ਡਰਦਿਆਂ ਹੋਇਆਂ ਹੀ, ਰਾਜਿਆਂ ਦੀ ਨੌਕਰੀ ਕਰਦਿਆਂ ਤੇ ਉੱਥੇ ਥਰ ਥਰ ਕੰਬਦਿਆਂ ਹੀ ਸਾਰੀ ਉਮਰ ਬੀਤ ਜਾਂਦੀ ਹੈ। ਸੰਤ ਬਿਹਾਵੇ ਹਰ ਜਸ ਕਰਤੇ। ਸੰਤਾਂ ਦੀ ਉਮਰ ਬੀਤਦੀ ਹਰੀ ਪਰਮੇਸ਼ਰ ਦਾ ਜਸ ਕਰਦਿਆਂ ਹੋਇਆਂ। ਕਾਹੂ ਬਿਹਾਵੇ ਮਤਾ ਮਸੂਰਤ। ਕਿਸੇ ਦੀ ਉਮਰ ਮਾਰੇ ਕਹਿੰਦੇ ਸਾਰੀ ਉਮਰ ਮਤੇ ਕਰਦਿਆਂ, ਮਸੂਰਤ ਸਲਾਹਾਂ ਕਰਦਿਆਂ, ਸਲਾਹ ਮਸ਼ਵਰੇ ਕਰਦਿਆਂ ਹੀ ਬੀਤ ਜਾਂਦੀ ਹੈ। ਕਦੀ ਕੋਈ ਮਤਾ ਪਾਸ ਕਰ ਲਿਆ, ਫੇਰ ਢਾ ਲਿਆ, ਫੇਰ ਮਤਾ ਪਾਸ ਕਰ ਲਿਆ, ਫੇਰ ਸਲਾਹ ਕਰ ਲਈ। ਇਸ ਤਰ੍ਹਾਂ ਮਤੇ ਮਸ਼ਵਰੇ ਕਰਦਿਆਂ ਹੀ ਕਿਸੇ ਦੀ ਸਾਰੀ ਉਮਰ ਲੰਘ ਜਾਂਦੀ ਹੈ। ਕਾਹੂ ਬਿਹਾਵੇ ਸੇਵਾ ਜ਼ਰੂਰਤ। ਤੇ ਕਿਸੇ ਦੀ ਉਮਰ ਜਿਹੜੀ ਉਹ ਬੀਤ ਜਾਂਦੀ ਆਪਣੇ ਘਰ ਦੀਆਂ ਜ਼ਰੂਰਤ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਸੇਵਾ ਕਰਦਿਆਂ। ਕਦੀ ਕਿਸੇ ਰਾਜੇ ਦੀ ਸੇਵਾ, ਕਦੀ ਕਿਸੇ ਥਾਂ ਤੇ ਨੌਕਰੀ ਚਾਕਰੀ, ਕਦੀ ਕਿਸੇ ਥਾਂ ਤੇ, ਇਸ ਤਰ੍ਹਾਂ ਆਪਣੀ ਜ਼ਰੂਰਤਾਂ ਵਾਸਤੇ ਕਿਸੇ ਦੀ ਲੰਘ ਜਾਂਦੀ ਹੈ। ਕਾਹੂ ਬਿਹਾਵੇ ਸੋਧਤ ਜੀਵਤ। ਤੇ ਮਹਾਰਾਜ ਕਹਿੰਦੇ ਕਿਸੇ ਦੀ ਉਮਰ ਬੀਤ ਜਾਂਦੀ ਹੈ ਸੋਧਤ, ਸੋਧਾਂ ਸੋਧਦਿਆਂ ਹੀ। ਸੋ ਜੀਵਤ ਜਿੰਨਾ ਚਿਰ ਜਿਉਂਦਾ ਰਹਿੰਦਾ ਹੈ ਉਹਨਾਂ ਚਿਰ ਜੀਵਨ ਦੇ ਵਾਸਤੇ ਉਹ ਸੋਧਾਂ ਹੀ ਸੋਧਦਾ ਰਹਿੰਦਾ ਹੈ, ਵਿਚਾਰਾਂ ਹੀ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਖੋਜ ਪੜਤਾਲ ਕਰਦਿਆਂ ਹੀ ਕਿਸੇ ਦੀ ਬੀਤ ਜਾਂਦੀ ਹੈ। ਸੰਤ ਬਿਹਾਵੇ ਹਰ ਰਸ ਪੀਵਤ। ਪਰ ਸੰਤਾਂ ਦੀ ਮਹਾਰਾਜ ਕਹਿੰਦੇ ਉਮਰ ਬੀਤਦੀ ਹੈ ਵਾਹਿਗੁਰੂ ਦਾ ਨਾਮ ਰਸ ਪੀਂਦਿਆਂ। ਉਹ ਨਾਮ ਰਸ ਪੀਂਦੇ ਰਹਿੰਦੇ ਹਨ। ਜਿਤ ਕੋ ਲਾਇਆ ਤਿਤ ਹੀ ਲਗਾਨਾ। ਪਰ ਗਰੀਬ ਨਵਾਜ ਸਾਹਿਬ ਕਹਿੰਦੇ ਭਾਈ ਅਸਲ ਗੱਲ ਤੇ ਹੈ ਜਿੱਧਰ ਕਿਸੇ ਪਾਸੇ ਕਿਸੇ ਨੂੰ ਲਾਇਆ ਹੋਇਆ ਹੈ ਉਧਰ ਹੀ ਕੋਈ ਲੱਗਾ ਹੋਇਆ ਹੈ। ਨਾ ਕੋ ਮੂੜ ਨਹੀਂ ਕੋ ਸਿਆਣਾ। ਤੇ ਨਾ ਕੋਈ ਆਪਣੇ ਆਪ ਮੂਰਖ ਹੈ ਤੇ ਨਾ ਕੋਈ ਆਪਣੇ ਆਪ ਸਿਆਣਾ ਹੈ। ਕਿਉਂਕਿ ਕਿਸੇ ਦਾ ਕਿਹੜਾ ਜੀ ਕਰਦਾ ਮੂਰਖ ਬਣਨ ਨੂੰ, ਬੇਸਮਝ ਬਣਨ ਨੂੰ। ਇਸ ਕਰਕੇ ਜਿਸ ਤਰ੍ਹਾਂ ਦਾ ਪਰਮੇਸ਼ਰ ਬਣਾ ਦਿੰਦਾ ਕਿਸੇ ਨੂੰ ਉਸ ਤਰ੍ਹਾਂ ਦਾ ਬਣਨਾ ਪੈਂਦਾ ਹੈ, ਭਾਵੇਂ ਕੋਈ ਕਿੰਨਾ ਮਰਜ਼ੀ ਯਤਨ ਕਰੇ। ਸਤਿਗੁਰੂ ਕਹਿੰਦੇ ਜਿਤ ਕੋ ਲਾਇਆ ਤਿਤ ਹੀ ਲਗਾਨਾ। ਜਿੱਧਰ ਕੋਈ ਲਾਇਆ ਹੋਇਆ ਉਸ ਪਰਮੇਸ਼ਰ ਨੇ ਉਧਰਲੇ ਪਾਸੇ ਉਹ ਸਾਰੀ ਆਪਣੀ ਲੰਘਾ ਜਾਂਦਾ ਹੈ। ਤਿਤ ਹੀ ਲਗਾਨਾ, ਉਧਰ ਹੀ ਲੱਗਾ ਹੋਇਆ ਹੈ। ਨਾ ਕੋਈ ਮੂਰਖ ਹੈ ਤੇ ਨਾ ਕੋਈ ਸਿਆਣਾ ਹੈ। ਸਭ ਪਾਸੇ ਕੀ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ ਭਾਣਾ ਹੀ ਹੁਕਮ ਹੀ ਵਰਤ ਰਿਹਾ। ਵਰਤੈ ਸਭ ਕਿਛ ਤੇਰਾ ਭਾਣਾ, ਵਰਤੈ ਸਭ ਕਿਛ ਤੇਰਾ ਭਾਣਾ, ਵਰਤੈ ਕਿਛ ਤੇਰਾ ਭਾਣਾ, ਵਰਤੈ ਸਭ ਕਿਛ ਤੇਰਾ ਭਾਣਾ। ਵਰਤੈ ਸਭ ਕਿਛ ਤੇਰਾ ਭਾਣਾ, ਵਰਤੈ ਸਭ ਕਿਛ ਤੇਰਾ ਭਾਣਾ। ਸਭ ਕਿਛ ਤੇਰਾ ਭਾਣਾ, ਵਰਤੈ ਸਭ ਕਿਛ ਤੇਰਾ ਭਾਣਾ।
ਨਾ ਕੋ ਮੂਰਖ ਨਾ ਕੋ ਸਿਆਣਾ, ਨਾ ਕੋ ਮੂਰਖ ਨਾ ਕੋ ਸਿਆਣਾ। ਕੋ ਮੂਰਖ ਨਾ ਕੋ ਸਿਆਣਾ, ਨਾ ਕੋ ਮੂਰਖ ਨਾ ਕੋ ਸਿਆਣਾ। ਵਰਤੈ ਸਭ ਕਿਛ ਤੇਰਾ ਭਾਣਾ, ਵਰਤੈ ਸਭ ਕਿਛ ਤੇਰਾ ਭਾਣਾ। ਵਰਤੈ ਸਭ ਕਿਛ ਤੇਰਾ ਭਾਣਾ, ਵਰਤੈ ਸਭ ਕਿਛ ਤੇਰਾ ਭਾਣਾ। ਇੱਥੇ ਮਹਾਰਾਜ ਨੇ ਆਖਿਆ ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਨਾ। ਇੱਥੇ ਨੰਨੇ ਨਾਲ ਆਖਿਆ ਸਿਆਨਾ, ਤੇ ਦੂਜੇ ਥਾਂ ਤੇ ਉੱਥੇ ਮਹਾਰਾਜ ਸਾਹਿਬ ਜੀ ਨੇ ਇਸੇ ਤਰ੍ਹਾਂ ਹੀ ਬਚਨ ਕੀਤਾ ਵੀ ਨਾ ਕੋ ਮੂਰਖ ਨਾ ਕੋ ਸਿਆਣਾ, ਨਾਣੇ ਨਾਲ ਵਰਤੈ ਸਭ ਕਿਛ ਤੇਰਾ ਭਾਣਾ। ਕਿ ਹੇ ਵਾਹਿਗੁਰੂ ਜੀ, ਇਹ ਸਾਰੇ ਪਾਸੇ ਤੇਰਾ ਭਾਣਾ ਹੀ ਵਰਤ ਰਿਹਾ ਹੈ। ਨਾ ਕੋਈ ਆਪਣੇ ਆਪ ਮੂਰਖ ਹੈ ਤੇ ਨਾ ਕੋਈ ਆਪਣੇ ਆਪ ਸਿਆਣਾ ਹੈ। ਜਿਹਨੂੰ ਤੂੰ ਮੂਰਖ ਬਣਾ ਦਿੱਤਾ ਉਹ ਮੂਰਖ ਹੈ, ਜਿਹਨੂੰ ਤੂੰ ਸਿਆਣਾ ਬਣਾ ਦਿੱਤਾ ਉਹ ਸਿਆਣਾ ਹੈ। ਨਾ ਕੋ ਮੂੜ ਨਹੀਂ ਕੋ ਸਿਆਣਾ, ਨਾ ਕੋਈ ਆਪਣੇ ਆਪ ਮੂਰਖ ਹੀ ਹੈ, ਮੂੜ ਹੀ ਹੈ, ਬੇਸਮਝ, ਤੇ ਨਾ ਕੋਈ ਆਪਣੇ ਆਪ ਸਿਆਣਾ ਹੀ ਹੈ। ਕਰ ਕਿਰਪਾ ਜਿਸ ਦੇਵੈ ਨਾਉ। ਪਰ ਹੇ ਵਾਹਿਗੁਰੂ ਜੀ, ਜਿਹਦੇ ਉੱਤੇ ਹੁੰਦੀ ਹੈ ਤੇਰੀ ਕਿਰਪਾ, ਜਿਸ ਉੱਤੇ ਤੁਸੀਂ ਕਿਰਪਾ ਕਰਦੇ ਹੋ ਤੇ ਉਸ ਨੂੰ ਤੁਸੀਂ ਆਪਣੇ ਨਾਮ ਦੀ ਦਾਤ ਦਿੰਦੇ ਹੋ। ਸੰਸਾਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਦਾਤ ਹੈ ਉਹ ਨਾਮ ਦੀ ਦਾਤ ਹੈ, ਨਾਮ ਦੀ ਬਖਸ਼ਿਸ਼ ਹੈ। ਆਪ ਕਿਰਪਾ ਕਰਕੇ ਜਿਸ ਨੂੰ ਆਪਣਾ ਨਾਮ ਬਖਸ਼ ਦਿੰਦੇ ਹੋ। ਨਾਨਕ ਤਾਕੈ ਬਲ ਬਲ ਜਾਓ। ਮਹਾਰਾਜ ਕਹਿੰਦੇ ਵੀ ਅਸੀਂ ਉਸ ਤੋਂ ਬਲਿਹਾਰ ਬਲਿਹਾਰ ਜਾਂਦੇ ਆ, ਜਿਹਦੇ ਉੱਤੇ ਤੁਸੀਂ ਕਿਰਪਾ ਕੀਤੀ। ਆਪਣੀ ਕਿਰਪਾ ਕਰਕੇ ਜਿਸ ਨੂੰ ਨਾਮ ਦੇ ਦਿੱਤਾ, ਜਿਹੜਾ ਤੇਰੇ ਨਾਮ ਨਾਲ ਜੁੜਿਆ ਹੋਇਆ ਆਪਣਾ ਜੀਵਨ ਬਤੀਤ ਕਰਦਾ ਹੈ, ਜ਼ਿੰਦਗੀ ਬਤੀਤ ਕਰਦਾ ਹੈ, ਉਸ ਨਾਮ ਨਾਲ ਜੁੜੇ ਹੋਏ ਤੋਂ ਅਸੀਂ ਬਲਿਹਾਰ ਬਲਿਹਾਰ ਜਾਂਦੇ ਹਾਂ। ਜਿਹਦੇ ਉੱਤੇ ਤੁਹਾਡੀ ਕਿਰਪਾ ਹੋਈ ਤੇ ਜਿਹਦੇ ਹਿਰਦੇ 'ਚ ਤੁਸੀਂ ਨਾਮ ਵਸਾ ਦਿੱਤਾ, ਜਿਹੜਾ ਨਾਮ ਜਪਦਿਆਂ, ਨਾਮ ਸੁਣਦਿਆਂ, ਨਾਮ ਦੀ ਕਮਾਈ ਕਰਦਿਆਂ ਆਪਣਾ ਜੀਵਨ ਬਤੀਤ ਕਰਦਾ ਹੈ ਨਾ, ਉਸ ਨਾਮ ਨਾਲ ਜੁੜੇ ਹੋਏ ਤੋਂ ਅਸੀਂ ਸਦਕੇ ਜਾਂਦੇ ਹਾਂ, ਉਹਦੇ ਤੋਂ ਬਲਿਹਾਰ ਜਾਂਦੇ ਹਾਂ। ਜਿਵੇਂ ਜਗਤ ਗੁਰੂ ਜੀ ਨੇ ਵੀ ਆਖਿਆ, ਹਉ ਕੁਰਬਾਨੈ ਜਾਓ ਮਿਹਰਵਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਮਿਹਰਵਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਮਿਹਰਵਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਮਿਹਰਵਾਨਾ, ਹਉ ਕੁਰਬਾਨੈ ਜਾਓ। ਹਉ ਕੁਰਬਾਨੈ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ, ਹਉ ਕੁਰਬਾਨੈ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ, ਹਉ ਕੁਰਬਾਨੈ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ, ਹਉ ਕੁਰਬਾਨੈ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ। ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਓ, ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਓ, ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਓ, ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ। ਜਾਓ। ਸਾਧ ਸੰਗਤ ਜੀ, ਇਹ ਪਵਿੱਤਰ ਅਸ਼ਟਪਦੀ ਦੁਆਰਾ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਔਰ ਕੱਲ ਨੂੰ ਸਾਧ ਸੰਗਤ ਜੀ ਮਾਘ ਦੀ ਸੰਗਰਾਂਦ ਦਾ ਦਿਹਾੜਾ ਹੈ, ਮਾਘੀ ਦਾ ਦਿਹਾੜਾ ਹੈ। ਔਰ ਜਿਸ ਦਿਨ ਨਾਲ 40 ਮੁਕਤਿਆਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਭਾਈ ਮਹਾ ਸਿੰਘ ਜੀ ਦੇ ਸਾਥੀ ਔਰ 41ਵੀਂ ਮਾਈ ਭਾਗ ਕੌਰ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜੋ ਬਦਾਵਾ ਪਾੜ ਕਰਕੇ ਤੇ ਟੂਟੀ ਗਾਂਢਣ ਹਾਰ ਗੋਪਾਲ ਸਤਿਗੁਰੂ ਜੀ ਨੇ ਸਿੱਖੀ ਦੀ ਟੁੱਟੀ ਹੋਈ ਸਾਂਝ ਨੂੰ ਗੰਢਿਆ ਸੀ। ਸ੍ਰੀ ਮੁਕਤਸਰ ਸਾਹਿਬ ਉਹ ਮਹਾਨ ਪਵਿੱਤਰ ਦਿਹਾੜਾ ਕੱਲ ਨੂੰ ਸਾਧ ਸੰਗਤ ਜੀ ਉਹ ਪਾਵਨ ਦਿਨ ਹੈ। ਗੁਰੂ ਕੇ ਚਰਨਾਂ ਦੀ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਕੱਲ ਨੂੰ ਕਥਾ ਦੀ ਹਾਜ਼ਰੀ
ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਭਰਨਗੇ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਨਾ। ਕਰ ਕਿਰਪਾ ਜਿਸ ਦੇਵੈ ਨਾਉ, ਨਾਨਕ ਤਾਕੈ ਬਲ ਬਲ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।